ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਦਿਲੋਂ ਸਵਾਗਤ ਹੈ। ਅੱਜ ਜਦ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਬਲਕਿ ਵਰਲਡ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੁਸੀਂ ਦੇਖ ਰਹੇ ਹੋ ਕਿ ਸਕੂਲ ਕਾਲਜ ਪੂਰੀ ਤਰ੍ਹਾਂ ਬੰਦ ਹਨ ਕਿਉਂਕਿ ਕਰੋਨਾ ਮਹਾਮਾਰੀ ਚੱਲ ਰਹੀ ਹੈ। ਲਗਾਤਾਰ ਤਕਰੀਬਨ 3-4 ਮਹੀਨਿਆਂ ਤੋਂ 5 ਮਹੀਨਿਆਂ ਤੋਂ ਲਗਾਤਾਰ ਚੱਲ ਰਹੀ ਹੈ। ਲੇਕਿਨ ਅੱਜ ਅਸੀਂ ਇਸ ਬੰਦ ਦੇ ਵਿੱਚ ਹੀ GNA ਯੂਨੀਵਰਸਿਟੀ ਬਹੁਤ ਹੀ ਵੱਡੀ ਯੂਨੀਵਰਸਿਟੀ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਫਗਵਾੜਾ ਦੇ ਵਿੱਚ ਸਥਿਤ ਹੈ, ਉਸ ਜਗ੍ਹਾ ਦੇ ਉੱਤੇ ਆਏ ਹਾਂ। ਸੋ ਅੱਜ ਅਸੀਂ ਤੁਹਾਨੂੰ ਇੱਥੇ ਬਹੁਤ ਹੀ ਹਾਇਰ ਅਥਾਰਟੀਜ਼ ਦੇ ਨਾਲ ਗੱਲਬਾਤ ਕਰਵਾਵਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਅੰਦਰ ਕੋਰਸਿਸ ਵਗੈਰਾ ਚੱਲਦੇ ਹਨ। ਸੋ ਆਓ ਆਪਾਂ ਦੇਖਦੇ ਹਾਂ ਅੰਦਰ ਜਾ ਕੇ। ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਸੀਂ GNA ਯੂਨੀਵਰਸਿਟੀ ਦੇ ਵਿੱਚ ਅੱਜ ਬੈਠ ਕੇ ਬਹੁਤ ਸਵਾਗਤ ਕਰਦੇ ਹਾਂ। ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ, ਬਹੁਤ ਹੀ ਹਾਇਰ ਅਥਾਰਟੀਜ਼ GNA ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਬੈਠੀਆਂ ਹਨ ਸਾਡੇ ਨਾਲ। ਸੋ ਮੈਂ ਸਭ ਤੋਂ ਪਹਿਲਾਂ ਸਾਰੇ ਹੀ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਕਿਸ ਤਰ੍ਹਾਂ ਸਾਰੇ ਬੈਠੇ ਹਨ। ਮੇਰੇ ਬਿਲਕੁਲ ਨਾਲ ਸ਼੍ਰੀ ਡਾਕਟਰ ਰਾਜਕੁਮਾਰ ਮਹਾਜਨ ਜੀ ਜਿਹੜੇ ਕਿ ਯੂਨੀਵਰਸਿਟੀ ਦੇ ਰਜਿਸਟਰਾਰ ਹਨ। ਮੈਂ ਬਹੁਤ ਜੀ ਆਇਆਂ ਨੂੰ ਆਖਦਾ ਜੀ ਪੰਜਾਬ ਨਿਊਜ਼ ਚੈਨਲ ਦੇ ਉੱਤੇ। ਸੋ ਇਹਨਾਂ ਦੇ ਨਾਲ ਮੈਂ ਮੈਡਮ ਮੋਨਿਕਾ ਹੰਸਪਾਲ ਜੀ ਜਿਹੜੇ ਕਿ ਡੀਨ ਅਕੈਡਮਿਕਸ ਸਨ, ਉਹਨਾਂ ਨੂੰ ਬਹੁਤ ਵੈਲਕਮ ਕਰਦਾ ਮੈਡਮ ਦਾ। ਇਸੇ ਤਰ੍ਹਾਂ ਸਾਡੇ ਨਾਲ ਬੈਠੇ ਹਨ ਡਾਕਟਰ ਵਿਕਰਾਂਤ ਸ਼ਰਮਾ ਜੀ ਜਿਹੜੇ ਕਿ ਡੀਨ ਸਾਡੇ ਇੰਜੀਨੀਅਰਿੰਗ ਡਿਵੀਜ਼ਨ ਦੇ ਡੀਨ ਬੈਠੇ ਹਨ, ਉਹਨਾਂ ਦਾ ਵੀ ਬਹੁਤ ਸਵਾਗਤ ਕਰਦਾ ਮੈਂ। ਇਸੇ ਤਰ੍ਹਾਂ ਸਾਡੇ ਨਾਲ ਡਾਕਟਰ CK ਤ੍ਰਿਪਾਠੀ ਜੀ ਬੈਠੇ ਹਨ ਜਿਹੜੇ ਕਿ ਡੀਨ ਡਿਜ਼ਾਈਨਿੰਗ ਦੇ ਹਨ। ਸੋ ਉਹਨਾਂ ਦਾ ਵੀ ਬਹੁਤ ਵੈਲਕਮ। ਸਾਡੇ ਮੇਰੇ ਬਿਲਕੁਲ ਨਾਲ ਬੈਠੇ ਹਨ ਡਾਕਟਰ ਸਮੀਰ ਵਰਮਾ ਜੀ ਜਿਹੜੇ ਕਿ ਡੀਨ ਐਡਮਿਸ਼ਨਸ ਦੇ ਹਨ। ਸੋ ਸਾਰੇ ਹੀ ਮਹਿਮਾਨਾਂ ਦਾ ਮੈਂ ਪੰਜਾਬ ਨਿਊਜ਼ ਚੈਨਲ ਦੇ ਉੱਤੇ ਬਹੁਤ ਸਵਾਗਤ ਕਰਦਾ। ਸੋ ਬਹੁਤ ਅੱਛੇ ਢੰਗ ਦੇ ਨਾਲ ਯੂਨੀਵਰਸਿਟੀ 2014 ਤੋਂ ਪ੍ਰੋਪਰਲੀ ਚੱਲ ਰਹੀ ਹੈ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਡਾਕਟਰ ਸਮੀਰ ਜੀ ਨੂੰ ਕਿ ਕਿਹੜੇ ਸਮੀਰ ਸਾਹਿਬ ਕੋਰਸਿਸ ਯੂਨੀਵਰਸਿਟੀ ਦੇ ਵਿੱਚ ਤੁਸੀਂ ਚਲਾ ਰਹੇ ਹੋ, ਸਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਪਹਿਲਾਂ ਤੇ ਪੰਜਾਬ ਨਿਊਜ਼ ਚੈਨਲ ਦੇ ਸਾਰੇ ਦਰਸ਼ਕਾਂ ਨੂੰ GNA ਯੂਨੀਵਰਸਿਟੀ ਵੱਲੋਂ ਸਤਿ ਸ੍ਰੀ ਅਕਾਲ। ਜਿੱਦਾਂ ਤੁਸੀਂ ਕਿਹਾ ਕਿ GNA ਯੂਨੀਵਰਸਿਟੀ 2014 ਤੋਂ ਅਸੀਂ ਕੋਰਸਿਸ ਸਟਾਰਟ ਕੀਤੇ ਨੇ, ਪਰ ਮੈਂ ਥੋੜਾ ਇਹਦੇ 'ਚ ਐਡ ਕਰਾਂਗਾ ਕਿ ਅਸੀਂ ਐਜੂਕੇਸ਼ਨ ਸੈਕਟਰ 'ਚ 2004 ਦੇ ਹਾਂ, ਬਟ ਜਿਹੜਾ ਸਾਡਾ ਗਰੁੱਪ ਹੈ, ਜਿਹੜੀ ਸਾਡੀ ਇੰਡਸਟਰੀ ਹੈ, ਉਹ 75 ਸਾਲ ਤੋਂ ਇਸ ਏਰੀਆ 'ਚ ਆਪਣਾ ਕੰਮ ਕਰ ਰਹੀ ਹੈ। ਤੇ ਸਾਡੀ ਮਤਲਬ ਅਸੀਂ ਇੱਕ ਇੰਡਸਟਰੀ ਬੈਕ ਯੂਨੀਵਰਸਿਟੀ ਆ ਜਿਹੜਾ ਨਾਰਥ ਰੀਜਨ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਹੋਏਗਾ। ਅਸੀਂ ਵੱਖ ਕੋਰਸਿਸ ਆਫਰ ਕਰ ਰਹੇ ਹਾਂ ਇੰਜੀਨੀਅਰਿੰਗ 'ਚ, ਹੋਟਲ ਮੈਨੇਜਮੈਂਟ 'ਚ, ਕੰਪਿਊਟਰਸ 'ਚ, ਐਨੀਮੇਸ਼ਨ 'ਚ, ਮੈਨੇਜਮੈਂਟ 'ਚ, MBA PG ਕੋਰਸਿਸ, ਡਿਪਲੋਮਾ ਕੋਰਸਿਸ, ਸਰਟੀਫਿਕੇਟ ਕੋਰਸਿਸ। ਬਟ ਸਾਰੇ ਕੋਰਸਿਸ ਨੂੰ ਇੱਦਾਂ ਡਿਜ਼ਾਈਨ ਕੀਤਾ ਗਿਆ ਜਿਹੜਾ ਇੰਡਸਟਰੀ ਦੀ ਨੀਡਸ ਨੂੰ ਮੀਟ ਕਰ ਰਿਹਾ ਜੀ। ਜਿਹੜੇ ਬੱਚੇ ਕਹਿੰਦੇ ਕਿ ਸਾਨੂੰ ਅਸੀਂ 4 ਸਾਲ ਲਾਤੇ, ਅਸੀਂ 3 ਸਾਲ ਲਾਤੇ, ਬਟ ਸਾਨੂੰ ਜੌਬ ਨਹੀਂ ਮਿਲਦੀ ਵੀ। ਕਿਉਂ ਨਹੀਂ ਜੌਬ ਮਿਲਦੀ ਵੀ? ਕਿਉਂਕਿ ਕਰਿਕੂਲਮ ਸਿਲੇਬਸ ਕੁਝ ਯੂਨੀਵਰਸਿਟੀਜ਼ ਦਾ ਇੱਦਾਂ ਦਾ ਹੈਗਾ ਜਿਹੜਾ ਆਊਟਡੇਟਡ ਹੈ। ਬਟ ਅਸੀਂ ਬੀਇੰਗ ਅ ਇੰਡਸਟਰੀ ਬੈਕ ਯੂਨੀਵਰਸਿਟੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ GNA ਗਰੁੱਪ ਹੈ ਜਿਹਨੇ ਯੂਨੀਵਰਸਿਟੀ ਸਟਾਰਟ ਕੀਤੀ ਹੈ, ਅਸੀਂ ਕਰਿਕੂਲਮ ਇੱਦਾਂ ਡਿਜ਼ਾਈਨ ਕੀਤਾ ਹੈ ਕਿ ਬੱਚਾ ਇਹ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਜੌਬ ਨਹੀਂ ਹੈਗੀ 4 ਸਾਲ ਬਾਅਦ, 3 ਸਾਲ ਬਾਅਦ। ਉਹਨੂੰ ਅਸੀਂ ਇੱਦਾਂ ਦੀ ਸਕਿੱਲਸ ਪ੍ਰੋਵਾਈਡ ਕਰਦੇ ਹਾਂ ਹਰੇਕ ਫੀਲਡ ਦੇ ਵਿੱਚ, ਭਾਵੇਂ ਇੰਜੀਨੀਅਰਿੰਗ ਹੈ, ਭਾਵੇਂ ਕੰਪਿਊਟਰਸ ਹੈ, ਭਾਵੇਂ ਡਿਜ਼ਾਈਨ ਹੈ, ਹੋਟਲ ਮੈਨੇਜਮੈਂਟ ਹੈ, ਸਾਰੇ ਕੋਰਸਿਸ ਦੇ ਵਿੱਚ। ਤੇ ਫਸਟ ਮੋਟਿਵ ਸਾਡਾ ਸਟੂਡੈਂਟ ਨੂੰ ਪੜ੍ਹਾਉਣ ਦਾ ਇਹੀ ਹੈ ਕਿ ਵੀ ਉਹ ਇੰਡਸਟਰੀ ਰੈਡੀ ਹੋਏ। ਇੰਡਸਟਰੀ ਰੈਡੀ ਦਾ ਮਤਲਬ ਉਹ ਜੌਬ ਵਾਸਤੇ ਬਿਲਕੁਲ ਤਿਆਰ ਹੈ, ਜਿੱਦਾਂ ਵੀ ਸਾਡੇ ਵਾਸਤੇ ਡਿਗਰੀ ਕਰਦਾ ਹੈ। ਬਿਲਕੁਲ ਸਮੀਰ ਜੀ, ਅਸੀਂ ਕਈ ਵਾਰੀ ਆਮ ਲੋਕਾਂ ਨਾਲ ਵੀ ਗੱਲਬਾਤ ਕਰੀਦੀ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਥੋੜਾ ਬਾਹਰ ਵੀ ਗਿਆ ਸੀ ਤਾਂ ਮੈਂ ਉੱਥੇ ਵੀ ਗੱਲਬਾਤ ਕੀਤੀ ਕਿਸੇ ਬਿਲਕੁਲ ਫਰੈਸ਼ ਸੀ ਸਟੂਡੈਂਟ, ਉਹ ਵੀ ਮੈਨੂੰ ਯਾਦ ਆ ਗਿਆ ਅੱਜ ਤੁਹਾਡੇ ਨਾਲ ਗੱਲ ਕਰਦਿਆਂ। ਬਹੁਤ ਅੱਛਾ ਮੈਂ ਦੇਖਿਆ ਲੜਕੇ ਨੂੰ ਕੰਮ ਕਰ ਰਿਹਾ ਸੀ ਤਾਂ ਮੈਂ ਉਹਨੂੰ ਵੈਸੇ ਹੀ ਪੁੱਛਿਆ, ਮੈਂ ਕਿਹਾ ਵੀ ਬੱਚੇ ਤੁਸੀਂ ਕਿਹੜੀ ਜਗ੍ਹਾ ਤੋਂ ਪੜ੍ਹੇ ਹੋ?
ਤਾਂ ਉਹਨਾਂ ਨੇ ਕਿਹਾ ਜੀ ਮੈਨੂੰ GNA ਯੂਨੀਵਰਸਿਟੀ ਨੇ ਸਾਰਾ ਕੁਝ ਦਿੱਤਾ ਔਰ ਇੰਨਾ ਵਧੀਆ ਦਿੱਤਾ, ਇਹ ਬਹੁਤ ਖੁਸ਼ ਸੀ ਉਹ ਬੱਚਾ। ਕਿਉਂਕਿ ਇੱਕ ਗੱਲ ਹੁੰਦੀ ਹੈ ਕਿ ਸਾਹਮਣੇ ਤਾਰੀਫ ਕਰਨੀ, ਉਹ ਬੱਚਾ ਦੇਖੋ ਨਾ ਤੁਸੀਂ ਉਸ ਨੂੰ ਦੇਖਿਆ ਹੁਣ ਅੱਜ, ਨਾ ਉਸ ਤਰ੍ਹਾਂ ਆਪਾਂ ਗੱਲਬਾਤ ਕਰ ਸਕਦੇ ਕਿਸੇ ਪਾਰਟਿਕੂਲਰ ਬੱਚੇ ਦੀ। ਸੋ ਉਸਨੇ ਪਿੱਠ ਪਿੱਛੇ ਵੀ ਗੱਲ ਕੀਤੀ, ਬਹੁਤ ਅੱਛੀ ਮੈਨੂੰ ਗੱਲਬਾਤ ਲੱਗੀ। ਸੋ ਜਿਸ ਤਰ੍ਹਾਂ ਤੁਸੀਂ ਸਮੀਰ ਸਾਹਿਬ ਦੱਸਿਆ, ਇਸ ਵਿੱਚ ਮੈਂ ਇੱਕ ਹੋਰ ਗੱਲ ਐਡ ਕਰਾਂਗਾ, ਜਿੱਦਾਂ ਜੀ। ਮੈਂ ਕਰਿਕੂਲਮ ਦਾ ਦੱਸਿਆ ਤੁਹਾਨੂੰ ਨਵਾਂ ਹੈ ਜੀ ਸਾਡੇ ਕੋਰਸਿਸ ਬੜੇ ਨਵੇਂ ਹੈ, ਜਿੱਦਾਂ ਇੰਜੀਨੀਅਰਿੰਗ 'ਚ ਸਾਡੇ ਕੋਲ ਐਰੋਸਪੇਸ ਹੈ ਜੀ ਰੋਬੋਟਿਕਸ ਹੈ ਜੀ ਕੰਪਿਊਟਰ ਸਾਇੰਸ 'ਚ ਸਾਈਬਰ ਸਿਕਿਉਰਿਟੀ ਹੈ ਕਲਾਊਡ ਕੰਪਿਊਟਿੰਗ ਹੈ ਜੀ ਕਲਨਰੀ ਆਰਟ ਦਾ ਕੋਰਸ, ਬੱਚਿਆਂ ਨੂੰ ਅੱਜ ਕੱਲ੍ਹ ਸ਼ੈਫ ਬਣਨ ਦਾ ਬੜਾ ਸ਼ੌਕ ਹੁੰਦਾ ਹੈ। ਹਾਂਜੀ ਤੇ ਅਸੀਂ ਕੋਰਸਿਸ ਵੀ ਉਸ ਤਰ੍ਹਾਂ ਡਿਜ਼ਾਈਨ ਕੀਤੇ ਹੋਏ ਆ ਤੇ ਠੀਕ ਹੈ। ਬੜੇ ਉਸ ਇਸ ਏਰੀਆ 'ਚ ਤੁਹਾਨੂੰ ਮਿਲਣਗੇ। ਹਾਂਜੀ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਬਹੁਤ ਵਧੀਆ ਸਕਾਲਰਸ਼ਿਪ ਦਿੰਦੇ ਹਾਂ ਜੀ ਬੇਸਡ ਅਪਨ ਹਿਸ ਅਕੈਡਮਿਕਸ, ਕਿ ਬਿਲਕੁਲ ਉਹ ਜਿਹੜਾ ਵੀ ਗ੍ਰੈਜੂਏਸ਼ਨ ਹੈ ਜਾਂ 12th ਦੇ ਬੇਸਿਸ ਦੇ ਉੱਪਰ ਕਿੰਨੇ ਕੁ ਮਾਰਕਸ ਲਿਆਂਦਾ ਉਹਦੇ ਹਿਸਾਬ ਨਾਲ ਅਸੀਂ ਉਹਨੂੰ ਸਕਾਲਰਸ਼ਿਪ ਦੇਈਦੀ ਹੈ। ਜੇ ਬੱਚਾ ਅਸੀਂ ਉਹਦਾ ਇੱਕ ਸਕਾਲਰਸ਼ਿਪ ਟੈਸਟ ਵੀ ਲਈਦਾ ਜਿਸ ਨੂੰ GU ਸੈਟ ਕਹਿੰਦੇ ਆ, ਜੀ। ਤੇ ਬੱਚੇ ਨੂੰ ਬਹੁਤ ਜਿਹਨੂੰ ਕਹਿੰਦੇ ਇੱਕ ਅੱਜ ਜਿੱਦਾਂ ਦੇ ਹਾਲਾਤ ਹੈਗੇ ਆ, ਜੀ ਪੇਰੈਂਟਸ ਦੀ ਕਮਾਈਆਂ ਘਟ ਗਈਆਂ ਨੇ, ਸੈਲਰੀਜ਼ ਘਟ ਗਈਆਂ ਨੇ, ਸਭ ਕੁਝ ਘਟ ਗਿਆ, ਜੀ ਬਟ ਸਾਰਿਆਂ ਨੇ ਪੜ੍ਹਾਉਣਾ। ਬਿਲਕੁਲ ਅਸੀਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇੱਧਰ ਆਓ, ਸਕਾਲਰਸ਼ਿਪ ਟੈਸਟ ਦਿਓ, ਨਵੇਂ ਕੋਰਸਿਸ 'ਚ ਐਡਮਿਸ਼ਨ ਲਿਓ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਜੌਬਸ ਮਿਲੇ। ਸੋ ਬਹੁਤ ਅੱਛਾ ਸਮੀਰ ਜੀ ਨੇ ਸਾਨੂੰ ਦੱਸਿਆ। ਇਹ ਹੁਣੇ ਕੁਝ ਟਾਈਮ ਤੋਂ ਕੁਝ ਸੁਣਨ ਨੂੰ ਆਇਆ, ਉਹ ਗੱਲਬਾਤ ਮੈਂ ਮੈਡਮ ਮੁਨਕਾ ਹੰਸਪਾਲ ਜੀ ਨੂੰ ਕਰਾਂਗਾ ਕਿ ਸਾਨੂੰ ਪਤਾ ਲੱਗਾ ਕਿ ਤੁਹਾਡਾ ਇੱਕ ਫੋਰਨ ਦੀ ਕਿਸੇ ਕੰਪਨੀ ਦੇ ਨਾਲ ਟਾਈ ਅਪਸ ਹੋਇਆ। ਸੋ ਉਸ ਦੇ ਬਾਰੇ ਮੈਡਮ ਮੁਨਕਾ ਹੰਸਪਾਲ ਜੀ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕੀ ਟਾਈ ਅਪ ਹੋਇਆ ਔਰ ਕਿਸ ਤਰ੍ਹਾਂ ਦੇ ਕੋਰਸਿਸ ਉਹਦੇ ਵਿੱਚ ਨਵੇਂ ਇੰਟਰੋਡਿਊਸ ਤੁਸੀਂ ਕੀਤੇ ਹਨ। ਸੋ ਪਲੀਜ਼ ਸਰ, ਇੱਥੇ ਮੈਂ ਤੁਹਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ GNA ਯੂਨੀਵਰਸਿਟੀ ਨੇ ਰੀਸੈਂਟਲੀ ਪਿਅਰਸਨ ਦੇ ਨਾਲ ਟਾਈ ਅਪ ਕੀਤਾ ਹੈ। ਪਿਅਰਸਨ ਜੋ ਆਪਣੇ ਆਪ 'ਚ 150 ਸਾਲ ਪੁਰਾਣੀ ਕੰਪਨੀ ਹੈ, ਜੋ ਜਿਹਦੇ ਕਿ ਡਿਫਰੈਂਟ ਵਰਟੀਕਲਸ ਨੇ ਜਿਹੜੇ ਐਜੂਕੇਸ਼ਨ ਨਾਲ ਸੰਬੰਧਿਤ ਹੈਗੇ ਨੇ ਇੰਸਟੀਟਿਊਸ਼ਨਸ। ਉਹਨਾਂ ਨੂੰ ਪਤਾ ਹੋਏਗਾ ਕਿ ਪਿਅਰਸਨ ਜਿਹੜਾ ਹੈਗਾ ਇੱਕ ਰਿਨਾਊਂਡ ਨੇਮ ਹੈਗਾ, ਕੁਆਲੀਫਿਕੇਸ਼ਨ ਅਵਾਰਡਿੰਗ ਬੋਡੀ ਵੀ ਹੈਗੀ ਹੈ ਐਂਡ ਬੁੱਕਸ ਵੀ ਇਹਨਾਂ ਦੀਆਂ ਆਉਂਦੀਆਂ ਨੇ। ਔਰ ਇਹਨਾਂ ਦੇ ਨਾਲ ਮਿਲ ਕੇ ਅਸੀਂ ਇੱਕ ਇਹੋ ਜਿਹਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਹਦੇ ਨਾਲ ਬੱਚਾ ਅੱਜ ਦੀ ਡੇਟ 'ਚ, ਕਿਉਂਕਿ ਕੋਵਿਡ ਕਰਕੇ ਕੀ ਹੈਗਾ ਕਿ ਅੱਜ ਬੱਚਾ ਜਿਹੜਾ ਹੈਗਾ ਹੈ ਬਾਹਰ ਪੜ੍ਹਨ ਨਹੀਂ ਜਾ ਸਕਦਾ, ਪਰ ਪੰਜਾਬ ਦਾ ਬੱਚਾ ਹਮੇਸ਼ਾ ਕੀਮ ਰਹਿੰਦਾ ਹੈ ਕਿ ਮੈਂ ਬਾਹਰ ਜਾ ਕੇ ਪੜ੍ਹਨਾ ਹੈਗਾ ਜਾਂ ਮੈਂ ਬਾਹਰ ਜਾ ਕੇ ਸੈਟਲ ਹੋਣਾ ਹੈਗਾ। ਤਾਂ ਉਹਦੇ 'ਚ ਕੀ ਹੈਗਾ ਕਿ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਜਿਹਦੇ 'ਚ ਬੱਚਾ ਆਪਣੇ ਪੜ੍ਹਾਈ ਦੇ ਪਹਿਲਾਂ 1 ਸਾਲ ਜਾਂ 2 ਸਾਲ ਉਹਦੀ ਚੋਇਸ ਹੈਗੀ ਹੈ ਕਿ ਉਹ ਇੱਥੇ ਪੜ੍ਹੇਗਾ, ਦੈਨ ਉਹ ਬਾਕੀ ਦੀ ਜਿਹੜੀ ਪੜ੍ਹਾਈ ਹੈਗੀ ਹੈ, ਜਿਹੜੇ ਕਿ ਜੇ ਸਪੋਜ਼ ਉਹ 3 ਸਾਲ ਦੇ ਡਿਗਰੀ 'ਚ ਕੰਪਲੀਟ ਕਰਨਾ ਚਾਹੁੰਦਾ ਹੈ, 1 ਸਾਲ ਉਹ ਇੱਥੇ ਕਰੇਗਾ, 2 ਸਾਲ ਉਹ ਆਪਣੀ ਚੋਇਸ ਦੀ ਯੂਨੀਵਰਸਿਟੀ 'ਚ ਕਰੇਗਾ। ਸਪੋਜ਼ ਹੁਣ ਤੁਸੀਂ ਕਹੋਗੇ ਉਹ ਯੂਨੀਵਰਸਿਟੀਜ਼ ਕਿਹੜੀਆਂ ਹੋਣਗੀਆਂ, ਮੈਂ ਇੱਥੇ ਹਾਈਲਾਈਟ ਕਰਾਂਗੀ ਕਿ ਅਕ੍ਰੋਸ 83 ਕੰਟਰੀਜ਼ ਦੇ ਵਿੱਚ 250 ਪਲੱਸ ਯੂਨੀਵਰਸਿਟੀਜ਼ ਇੱਦਾਂ ਦੀਆਂ ਨੇ ਜੋ ਕਿ ਇਹ ਹਾਇਰ ਨੈਸ਼ਨਲ ਡਿਪਲੋਮਾ ਪ੍ਰੋਗਰਾਮ ਨੂੰ ਰੈਕਗਨਾਈਜ਼ ਕਰਦੀਆਂ ਨੇ। ਬੱਚੇ ਦੇ ਸਾਰੇ ਜਿਹੜੇ ਕ੍ਰੈਡਿਟਸ ਉਹਨਾਂ ਨੇ ਇੱਥੇ ਅਰਨ ਕੀਤੇ ਹੁੰਦੇ ਨੇ, ਜਿਹੜੇ ਕਿ ਆਪਣੀ ਪੜ੍ਹਾਈ ਨੂੰ ਪੂਰੀ ਕਰਨ ਲਈ ਇੱਕ ਅਕੈਡਮਿਕਲੀ ਹਰ ਬੱਚੇ ਨੂੰ ਇੱਕ ਡਿਗਰੀ ਕੰਪਲੀਟ ਕਰਨ ਲਈ ਜਾਂ ਡਿਪਲੋਮਾ ਕੰਪਲੀਟ ਕਰਨ ਲਈ ਜਾਂ ਸਰਟੀਫਿਕੇਟ ਕੰਪਲੀਟ ਕਰਨ ਲਈ ਬੱਚੇ ਨੂੰ ਕੁਝ ਕ੍ਰੈਡਿਟਸ ਅਰਨ ਕਰਨੇ ਹੁੰਦੇ ਆ। ਤਾਂ ਬੱਚੇ ਦੇ ਉਹ ਸਾਰੇ ਕ੍ਰੈਡਿਟਸ ਜੋ ਇੱਥੇ ਉਹ ਅਰਨ ਕਰੇਗਾ, ਉਹ ਸਾਰੇ ਕ੍ਰੈਡਿਟਸ ਉਹਦੇ ਟ੍ਰਾਂਸਫਰ ਹੋ ਜਾਣਗੇ ਉਹਦੇ ਫੋਰਨ ਦੀ ਯੂਨੀਵਰਸਿਟੀ ਦੇ ਵਿੱਚ। ਔਰ ਸਪੋਜ਼ ਉਹ ਕੈਨੇਡਾ ਜਾਣਾ ਚਾਹੁੰਦਾ ਹੈ ਜਾਂ ਫਿਰ ਉਹ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ, ਸਪੋਜ਼ ਉਹ US ਜਾਣਾ ਚਾਹੁੰਦਾ ਹੈ, ਜਰਮਨੀ ਜਾਣਾ ਚਾਹੁੰਦਾ ਹੈ, ਤੁਸੀਂ ਐਨੀ ਕੰਟਰੀ ਤੁਸੀਂ ਨੇਮ ਕਰੋ ਤਾਂ ਵੀ ਹੈਵ ਆਲ ਦੋਜ਼ ਯੂਨੀਵਰਸਿਟੀਜ਼ ਜਿਹੜੀਆਂ ਸਾਡੀ ਲਿਸਟ 'ਚ ਹੈਗੀਆਂ, ਉਹ ਇਸ ਹਾਇਰ ਨੈਸ਼ਨਲ ਡਿਪਲੋਮਾ ਨੂੰ ਜਿਹੜਾ ਹੈ ਉਹ ਰੈਕਗਨਾਈਜ਼ ਕਰ ਰਹੀਆਂ। ਮੈਂ ਅੱਗੇ ਜਿਹੜਾ ਕੁਐਸਚਨ ਕਰਨਾ ਚਾਹੁੰਦਾ ਉਹ ਡਾਕਟਰ RK ਮਹਾਜਨ ਜੀ ਤੋਂ ਇੱਕ ਮੈਂ ਸਵਾਲ ਇਸ ਨਾਲ ਰਿਲੇਟਡ ਹੀ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਮਹਾਜਨ ਸਾਹਿਬ ਇਹ ਦੱਸੋ ਇੱਕ ਤਾਂ ਕਿ ਇਸ ਕੰਪਨੀ ਦਾ ਹੈੱਡ ਆਫਿਸ ਕਿਹੜੀ ਜਗ੍ਹਾ ਔਰ ਤੁਹਾਡਾ ਟਾਈ ਅਪ ਕਿਸ ਤਰ੍ਹਾਂ ਹੋਇਆ ਔਰ ਇਹਦੇ ਬਾਰੇ ਜ਼ਰੂਰ ਮੈਸੇਜ ਦਿਓ ਆਪਣਾ। ਪਿਅਰਸਨ ਦੇ ਬਾਰੇ ਜਿਸ ਤਰ੍ਹਾਂ ਸਭ ਜਾਣਦੇ ਆ ਕਿ ਜਿੱਦਾਂ ਮੈਡਮ ਨੇ ਦੱਸਿਆ ਕਿ 150 ਸਾਲ ਪੁਰਾਣੀ ਹੈ ਔਰ ਇਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਲੰਡਨ 'ਚ, ਔਰ ਇਸ ਪਿਅਰਸਨ ਦਾ ਟਾਈ ਅਪ ਲਗਭਗ 60 ਕੰਟਰੀਜ਼ ਦੇ ਵਿੱਚ 60 ਕੰਟਰੀਜ਼ ਦੇ ਵਿੱਚ ਹੈ ਔਰ ਲਗਭਗ 250 ਜਿਹੜੀਆਂ ਯੂਨੀਵਰਸਿਟੀਜ਼ ਦੇ ਨਾਲ ਟਾਈ ਅਪ 250 ਦੇ ਕਰੀਬ ਯੂਨੀਵਰਸਿਟੀ ਜਿਹੜੀਆਂ ਇਹਨਾਂ ਦੇ ਨਾਲ ਟਾਈ ਅਪ ਨੇ। ਸਪੋਜ਼ ਅਸੀਂ ਅੱਜ
ਇਹਨਾਂ ਦੇ ਨਾਲ 251 ਜਾਂ ਨੈਕਸਟ ਐਡ ਹੋਏ ਆ ਜੀ। ਤੇ ਇਹ 250 ਯੂਨੀਵਰਸਿਟੀਜ਼ ਹੈਗੀਆਂ, ਉਹਨਾਂ ਵਿੱਚੋਂ ਸਾਡੀ ਇੱਕ ਯੂਨੀਵਰਸਿਟੀ ਹੈ ਤੇ ਉਹਦੇ ਵਿੱਚ ਡਿਊਅਲ ਪ੍ਰੋਗਰਾਮ ਕਿ ਸਾਡਾ ਬੱਚਾ ਇੱਥੇ, ਜਿੱਦਾਂ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਟ੍ਰੈਂਡ ਆਇਆ, ਖੌਫ ਬਣਿਆ, ਹਾਏ ਬਾਹਰ ਕਿੱਦਾਂ ਜਾਵਾਂਗੇ, ਭਾਈ ਕਰੋਨਾ ਵਾਇਰਸ ਆ ਗਿਆ, ਉਹਨਾਂ ਲਈ ਇਹ ਤਾਂ ਸਭ ਤੋਂ ਵਧੀਆ ਚੀਜ਼ ਅਸੀਂ ਦੇਣ ਜਾ ਰਹੇ ਹਾਂ ਕਿ ਭਾਈ 2 ਸਾਲ ਤੁਸੀਂ ਇੱਥੇ ਪੜ੍ਹੋ, GNA ਯੂਨੀਵਰਸਿਟੀ 'ਚ ਪੜ੍ਹੋ। ਜਿੱਥੇ ਬਾਹਰ 10 ਲੱਖ ਫੀਸ ਹੈ, ਇੱਥੇ ਘੱਟ ਤੋਂ ਘੱਟ 7-8 ਲੱਖ ਦਾ ਫਰਕ ਪਏਗਾ ਇੱਕ ਸਾਲ ਦਾ। ਮੈਂ ਕਹਿ ਕੇ ਜਾਣਾ 7 ਲੱਖ ਦਾ ਫਰਕ ਪਏਗਾ, 2 ਸਾਲਾਂ 'ਚ 14 ਲੱਖ ਦਾ ਫਰਕ ਪੈ ਗਿਆ। ਜਿੱਥੇ ਉਹੀ ਡਿਪਲੋਮਾ ਦਾ 2 ਸਾਲ ਜਿਹੜੇ ਆ ਸਾਡੇ ਕੋਲ ਉਹਨਾਂ ਨੇ ਕਰਨੇ ਆ 2 ਸਾਲਾਂ ਦੇ ਵਿੱਚ, ਔਰ ਉਹਦੇ ਵਿੱਚ ਉਹਨਾਂ ਨੇ 6 ਲੱਖ ਮਸਾਂ ਖਰਚ ਕਰਨਗੇ, ਜਦ ਕਿ ਉਹੀ ਜਦ ਅਗਰ ਬਾਹਰ ਜਾ ਕੇ ਕਰਦੇ ਆ ਤਾਂ 14 ਲੱਖ ਖਰਚ ਕਰਨਗੇ। ਫਿਰ ਕੀ ਹੋਏਗਾ ਕਿ ਉਸ ਤੋਂ ਬਾਅਦ ਆਇਲੈਟਸ ਉਹਨਾਂ ਨੇ ਕਰਨੀ ਹੈ 2 ਸਾਲ 'ਚ। ਉਹ ਵੀ ਸਾਡੀ ਕੋਸ਼ਿਸ਼ ਹੈ ਕਿ ਇੱਥੇ ਅਸੀਂ ਯੂਨੀਵਰਸਿਟੀ 'ਚ ਉਹਨਾਂ ਨੂੰ ਇੱਕ ਸੈਂਟਰ ਖੋਲ੍ਹ ਦਈਏ ਜਿੱਥੇ ਉਹ ਆਇਲੈਟਸ ਕਰਨ, ਤਾਂ ਕਿ ਉਹ 6 ਬੈਂਡ ਲੈ ਸਕਣ, ਮਿਨੀਮਮ 6 ਬੈਂਡ ਚਾਹੀਦੇ ਆ, 6 ਬੈਂਡ ਲੈ ਸਕਣ। ਔਰ ਉਸ ਤੋਂ ਬਾਅਦ ਉਹ ਜਿਹੜੇ ਸਿਟੀ ਦੇ ਵਿੱਚ ਜਾਣਾ ਚਾਹੁੰਦੇ ਆ, ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਨਾਲ ਸਾਡਾ ਪੀਅਰਸਨ ਦੇ ਥਰੂ ਟਾਈ ਅਪ ਹੋ ਗਿਆ, ਉਹ ਉੱਥੇ ਅਪਲਾਈ ਕਰ ਸਕਦੇ ਆ। ਔਰ ਅਗਲੇ 2 ਸਾਲ ਜਦੋਂ ਉਹ ਉੱਥੇ ਪੜ੍ਹਨਗੇ ਜਾ ਕੇ, ਤੇ ਉਹਨਾਂ ਨੂੰ ਡਿਗਰੀ ਜਿਹੜੀ ਹੈ ਉਸ ਯੂਨੀਵਰਸਿਟੀ ਦੀ ਮਿਲੇਗੀ। ਸਰ ਇਹਦੇ ਚ ਮੈਂ ਇੱਕ ਸਿਮਿਲਰਲੀ ਸਪੋਜ਼ ਕੋਈ ਫੋਰਨ ਦਾ ਬੰਦਾ ਇੰਡੀਆ ਜਾ ਕੇ ਪੜ੍ਹਨਾ ਚਾਹੁੰਦਾ, ਇੰਡੀਆ 'ਚ GNA ਯੂਨੀਵਰਸਿਟੀ ਉਹਨਾਂ ਨਾਲ ਟਾਈ ਅਪ ਹੋ ਗਈ, ਤਾਂ ਉਹ ਫੋਰਨ ਦਾ ਬੰਦਾ ਵੀ 2 ਸਾਲ ਲਈ ਇੱਥੇ ਆ ਸਕਦਾ ਬਾਅਦ 'ਚ। ਤੇ 2 ਸਾਲ ਉੱਥੇ ਪੜ੍ਹ ਕੇ ਉਹਨੂੰ ਸਰ ਫਿਰ ਜਿਹੜਾ ਉੱਥੋਂ ਬਾਹਰੋਂ ਆ ਰਿਹਾ, ਉਹ GNA ਯੂਨੀਵਰਸਿਟੀ 'ਚ ਜਿਹੜੀ ਲਾਸਟ 2 ਸਾਲ ਅਗਰ ਪੜ੍ਹਦਾ ਤਾਂ ਡਿਗਰੀ ਇੱਥੋਂ ਮਿਲ ਸਕਦੀ। ਅੱਛਾ ਜੀ, GNA ਤੋਂ ਮਿਲੇਗੀ। ਹਾਂ, ਮਤਲਬ ਇਹ ਟਾਈ ਅਪ ਆਫ ਆਲ ਯੂਨੀਵਰਸਿਟੀਜ਼ ਹੈ। ਠੀਕ ਹੈ ਜੀ। ਸਰ ਇਹਦੇ ਚ ਇੱਕ ਹੋਰ ਚੀਜ਼ ਐਡ ਜੀ। ਕਰਾਂਗੀ, ਜਿੱਦਾਂ ਬੱਚਾ ਇੱਥੋਂ ਕੈਨੇਡਾ ਜਾਂਦਾ ਹੈਗਾ ਜੀ। ਤਾਂ ਸਾਡੇ ਬੱਚੇ ਨੂੰ ਇਹ ਵੀ ਹੁੰਦਾ ਕਿ ਮੈਂ ਉੱਥੇ ਆਪਣੀ ਫੀਸ ਕਮਾਉਣ ਦੀ, ਮੈਨੂੰ ਵੀਕਲੀ ਕੰਮ ਕਰਨ ਦਾ ਵੀ ਮਿਲ ਜਾਵੇ, ਰਾਈਟ ਹਾਂਜੀ। ਹੈ ਨਾ। ਜੀ। ਤੇ ਇਹ ਇਦਾਂ ਨਹੀਂ ਹੈਗਾ ਕਿ ਜੇ ਬੱਚਾ ਇੱਥੋਂ 2 ਸਾਲ ਪੜ੍ਹ ਕੇ ਜਾਏਗਾ ਤੇ ਬਾਕੀ ਦੇ 2 ਸਾਲ ਉਹਨੂੰ ਇਹ ਨਹੀਂ ਹੈਗਾ ਕਿ ਉਹਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲੇਗਾ। ਠੀਕ ਹੈ ਜੀ। ਉੱਥੇ ਉਹ ਹਰ ਹਫਤੇ ਆਪਣਾ 20 ਘੰਟੇ ਕੰਮ ਵੀ ਕਰ ਸਕਦਾ ਜਿਸ ਤਰ੍ਹਾਂ ਪਹਿਲਾਂ ਚੱਲ ਜਿੱਦਾਂ ਰਿਹਾ। ਪਹਿਲਾਂ ਚੱਲ ਰਿਹਾ ਹੈਗਾ। ਠੀਕ ਫਿਰ ਹੈ। ਜਦੋਂ ਉਹਦੀ ਪੜ੍ਹਾਈ ਖਤਮ ਹੋਏਗੀ, ਉਹਨੂੰ 2 ਸਾਲ ਦਾ ਜਾਂ 3 ਸਾਲ ਦਾ ਕੰਟਰੀ ਤੇ ਡਿਪੈਂਡ ਕਰਦਾ, ਠੀਕ ਹੈ ਉਹਨੂੰ ਜੀ। ਵਰਕ ਪਰਮਿਟ ਵੀ ਮਿਲੇਗਾ ਠੀਕ ਹੈ ਤੇ ਜੀ। ਉਹ ਆਪਣੀ PR ਵਾਸਤੇ ਵੀ ਉੱਥੇ ਬਾਅਦ ਚ ਅਪਲਾਈ ਕਰ ਸਕਦਾ। ਕਹਿਣ ਦਾ ਮਤਲਬ ਇਹ ਹੈ ਕਿ ਰਾਈਟਸ ਬੱਚੇ ਨੂੰ ਸਾਰੇ ਮਿਲਣਗੇ, ਪਰ ਇਹ ਹੈਗਾ ਕਿ ਉਹਦਾ ਆਵਲਾ ਜਿਹੜਾ ਟਾਈਮ ਹੈਗਾ ਹੈ ਪਹਿਲੇ 2 ਸਾਲ ਦਾ, ਜੀ। ਜਿਹੜਾ ਕਿ ਅੱਜ ਬੱਚਾ ਕਹਿੰਦਾ ਕਿ ਮੈਂ ਕੀ ਕਰਾਂ ਹੁਣ, ਹਾਂਜੀ। ਮੈਂ ਜਾਣਾ ਤਾਂ ਬਾਹਰ ਹੀ ਹੈ, ਸੈਟਲ ਵੀ ਬਾਹਰ ਜੀ। ਹੋਣਾ, ਬਟ ਉਸ ਕੇਸ ਦੇ ਵਿੱਚ ਉਹ ਆਪਣਾ ਟਾਈਮ ਔਰ ਪੈਸਾ ਦੋਨੋਂ ਚੀਜ਼ਾਂ ਜਿਹੜੀਆਂ ਹਾਂਜੀ, ਹੈਗੀਆਂ, ਮੈਂ ਵੀ ਇਹੀ ਪੈਸਾ ਵੀ ਬਚਾ ਲਿਆ ਸਰ। ਇੱਕ ਚੀਜ਼ ਹੋਰ ਬਹੁਤ ਵਧੀਆ ਗੱਲ ਹੈਗੀ ਹੈ ਕਿ ਉਹਨਾਂ ਨੂੰ ਜਿਹੜਾ ਮੈਚੁਰਿਟੀ ਜਿਹੜੀ ਹੈ 2 ਸਾਲ ਦੇ ਵਿੱਚ ਆ ਜਾਏਗੀ, ਔਰ ਉਹਦੇ ਨਾਲ ਕੀ ਹੋਵੇਗਾ, ਜਦੋਂ ਬਾਹਰ ਜਾਏਗਾ ਬੱਚਾ ਉਹ ਹੋਰ ਮੈਚੁਰ ਹੋਏਗਾ। ਮੈਂ ਵੀ ਇਹੀ ਗੱਲ ਸੋਚ ਰਿਹਾ ਸੀ ਕਿ ਇਸ ਵੇਲੇ ਜਿਸ ਤਰ੍ਹਾਂ ਨਾਲੇ ਤਾਂ ਪੇਰੈਂਟਸ ਵੀ ਸੋਚਦੇ ਹਨ, ਕਿਉਂਕਿ ਪੂਰੇ ਵਰਲਡ ਵਾਈਡ ਕੋਵਿਡ ਚੱਲ ਰਿਹਾ ਹੈ, ਹਾਲੇ ਪੇਰੈਂਟਸ ਵੀ ਕਿਉਂਕਿ ਇੰਨੇ ਰੈਡੀ ਨਹੀਂ ਹਨ ਕਿ ਇੱਕਦਮ ਭੇਜ ਦਈਏ। ਸੋ ਸਟਾਰਟਿੰਗ ਜਿਹੜੀ ਹੈ ਉਹਨਾਂ ਦੀ ਇੱਥੋਂ ਹੀ ਹੋ ਜਾਏਗੀ। ਜਦੋਂ ਤੱਕ ਉਹ 2 ਸਾਲ ਇੱਥੇ ਪੜ੍ਹ ਲੂਗੇ ਇਸ ਯੂਨੀਵਰਸਿਟੀ ਦੇ ਵਿੱਚ, GNA ਦੇ ਵਿੱਚ, ਉਦੋਂ ਤੱਕ ਸਾਰਾ ਮਾਹੌਲ ਉਮੀਦ ਹੈ ਪ੍ਰਮਾਤਮਾ ਜਲਦੀ ਠੀਕ ਕਰੇਗਾ, ਔਰ ਉਸ ਤੋਂ ਬਾਅਦ ਉਹ ਦੁਬਾਰਾ ਉੱਥੇ ਬਾਹਰਲੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਕਰ ਸਕਦੇ ਆ। ਸੋ ਇੱਕ ਤਾਂ ਮੈਂ ਸਰ ਹੋਰ ਇਹਦੇ ਵਿੱਚ ਹੀ ਥੋੜਾ ਟੈਕਨੀਕਲ ਪੁਆਇੰਟ ਜਾਣਨਾ ਚਾਹੁੰਦਾ ਕਿ ਕੋਰਸਿਸ ਇਸ ਤਰ੍ਹਾਂ ਹੁੰਦੇ ਕਿ ਕੁਝ ਕੋਰਸਿਸ ਜਿਹੜੇ ਆ ਡਿਗਰੀ ਕੋਰਸਿਸ ਉਹ 3 ਸਾਲ ਦੇ ਹੁੰਦੇ ਆ, ਕੁਝ ਕੋਰਸਿਸ ਜਿਸ ਤਰ੍ਹਾਂ ਆਪਾਂ ਇੱਥੇ BTech ਵਗੈਰਾ ਦੀ ਗੱਲਬਾਤ ਕਰਦੇ ਆ ਉਹ 4 ਸਾਲ ਦੇ ਆ। ਸੋ ਜਿਹੜੇ 3 ਸਾਲ ਦੇ ਕੋਰਸਿਸ ਆ ਉਹ ਬੱਚਾ ਇੱਥੇ ਕਿੰਨੀ ਦੇਰ ਪੜ੍ਹੇਗਾ ਤਾਂ ਬਾਹਰ ਕਿੰਨਾ ਪੜ੍ਹੇਗਾ, ਇਸੇ ਤਰ੍ਹਾਂ ਜਾਂ ਮੈਡਮ ਤੋਂ ਪੁੱਛਾਂਗੇ। ਸਰ ਬੱਚੇ ਦੀ ਚੁਆਇਸ ਹੈਗੀ ਹੈ, ਜੇ ਉਹ ਪਹਿਲਾ ਸਾਲ ਇੱਥੇ ਕਰਨਾ ਚਾਹੇ, ਸਪੋਜ਼ ਪੂਰਾ ਡਿਗਰੀ ਦਾ ਕੋਰਸ ਦਾ ਟਾਈਮ ਹੈਗਾ 3 ਸਾਲ ਦਾ ਜੀ। ਬੱਚਾ ਚਾਹੇ ਤਾਂ 1 ਸਾਲ ਇੱਥੇ ਕਰ ਲਵੇ ਜੀ। ਤੇ ਉਹ 2 ਸਾਲ ਆਪਣੀ ਦੂਸਰੀ ਕੰਟਰੀ 'ਚ ਜਦੋਂ ਸਭ ਕੁਝ ਨਾਰਮਲ ਹੋਏਗਾ ਤਾਂ ਉੱਥੇ ਜਾ ਕੇ ਵੀ ਕਰ ਸਕਦਾ। ਠੀਕ ਹੈ ਜੀ। ਪਰ ਜਿਹੜੇ ਬੱਚੇ ਨੂੰ ਥੋੜੀ ਫਾਈਨੈਂਸ਼ੀਅਲ ਕੰਸਟ੍ਰੇਂਟ ਹੈਗੀ ਹੈ ਜੀ। ਜਾਂ ਬੱਚੇ ਨੂੰ ਲੱਗਦਾ ਕਿ ਮੈਂ ਇੰਨਾ ਪੈਸਾ ਨਹੀਂ ਅਫੋਰਡ ਕਰਦਾ ਠੀਕ ਹੈ ਉਸ ਜੀ। ਯੂਨੀਵਰਸਿਟੀ 'ਚ ਸਪੈਂਡ ਕਰਨਾ, ਜੀ। ਤਾਂ ਉਹ ਪਹਿਲੇ 2 ਸਾਲ ਸਾਡੇ ਕੋਲ ਪੜ੍ਹ ਲਵੇ, ਤੀਸਰਾ ਸਾਲ ਤੀਸਰਾ ਜਾ ਕੇ ਸਾਲ ਉੱਥੇ ਜਾਏ। ਮਤਲਬ ਆਪਸ਼ਨਸ ਦੋਨੋਂ ਹੈਗੇ। ਆਪਸ਼ਨਸ ਦੋਨੋਂ ਹੈਗੇ। ਜਿਹੜੇ 4 ਸਾਲ ਦੇ ਕੋਰਸਿਸ ਆ ਉਹਦੇ ਵਿੱਚ 2 ਸਾਲ ਇੱਥੇ ਤੇ 2 ਸਾਲ। ਠੀਕ ਹੈ ਜੀ, ਠੀਕ ਹੈ। 4 ਦੇ ਵਿੱਚ 1 ਇੱਥੇ ਔਰ 3 ਉੱਥੇ ਵੀ ਕਰ ਸਕਦਾ ਹੈ, ਪਰ ਠੀਕ ਹੈ। ਅਗੇਨ ਜੇ ਬੱਚਾ ਚਾਹੇ ਤਾਂ 2 ਇੱਥੇ ਔਰ 2 ਉੱਥੇ ਵੀ ਕਰ ਸਕਦਾ। ਬੱਚਿਆਂ ਵਾਸਤੇ ਬਹੁਤ ਅੱਛੀ ਆਪਸ਼ਨ ਹੈ ਮੇਰੇ ਕੋਲ ਸਮੀਰ ਸਰ, ਬਹੁਤ ਹੀ ਵਧੀਆ ਆਪਸ਼ਨਸ ਤੁਸੀਂ ਦੇ ਰਹੇ ਹੋ। ਔਰ ਮੇਰਾ ਖਿਆਲ ਕਿ ਨਾਰਥਰਨ ਏਰੀਆ 'ਚ ਪਹਿਲੀ ਯੂਨੀਵਰਸਿਟੀ ਹੋਈ। ਹਾਂਜੀ, ਮੈਂ ਸਟਾਰਟਿੰਗ 'ਚ ਦੱਸਿਆ ਜੀ ਕਿ ਕਿਉਂਕਿ ਇਹ ਇੰਡੀਅਨ ਦੇ ਹੋਰ ਕੋਈ ਵੀ ਕੋਰਸਿਸ ਯੂਨੀਵਰਸਿਟੀ ਕਰਨ ਵਾਸਤੇ ਕੋਈ ਹਾਲੇ ਇਸ ਤੱਕ ਤਰ੍ਹਾਂ ਜਿਹਦਾ tie-up ਨਹੀਂ। ਕਿਸੇ ਦੇ ਨਾਲ ਵੀ ਹੋਰ ਟਾਈ ਅਪਸ ਨਹੀਂ ਹੋਏ। ਸਰ ਇੰਜੀਨੀਅਰਿੰਗ ਦੇ ਨਾਲ ਬਿਜ਼ਨਸ ਵੀ ਹੈਗਾ ਆਪਣੇ ਜੀ। ਕੋਲ, ਕਿ ਬਿਜ਼ਨਸ ਦੇ ਸਟੂਡੈਂਟ ਜਿੱਦਾਂ ਮੇਜਰਲੀ ਬੱਚੇ ਇੱਥੋਂ ਬਿਜ਼ਨਸ ਦੀ ਪੜ੍ਹਾਈ ਕਰਨ ਜਾਂਦੇ ਬਾਅਦ,
ਜੀ। ਤਾਂ ਉਹ ਵੀ ਔਰ ਕਰ ਇਹਦੇ ਸਕਦੇ ਵਿੱਚ ਵੀ ਅਸੀਂ ਕੁਝ ਕੋਰਸਿਸ ਟਾਈ ਅਪ ਕੀਤੇ ਹੈ, ਜਿੱਦਾਂ ਬਿਜ਼ਨਸ ਹੈ, ਜੀ ਉਸ ਤੋਂ ਬਾਅਦ ਟੂਰਿਜ਼ਮ ਐਂਡ ਟਰੈਵਲਿਜ਼ਮ ਹੈ, ਜੀ। ਟਰੈਵਲ ਐਂਡ ਟੂਰਿਜ਼ਮ ਹੈ। ਉਸ ਤੋਂ ਇਲਾਵਾ ਅਸੀਂ ਮਲਟੀਮੀਡੀਆ ਕੀਤਾ ਹੈ, Hospitality। ਹਸਪਿਟੈਲਿਟੀ ਕੀਤਾ ਹੈ, ਔਰ ਕੰਪਿਊਟਿੰਗ ਕੀਤਾ ਹੈ, ਔਰ ਇੱਕ ਹੋਰ ਇੰਜੀਨੀਅਰਿੰਗ ਇੰਜੀਨੀਅਰਿੰਗ ਦਾ ਜੀ। ਕੋਰਸ। ਤੇ 5 ਕੋਰਸ ਜਿਹੜੇ ਆ ਸਾਡੇ ਕਾਫੀ ਟਾਈ ਅਪ। ਬੱਚਿਆਂ ਨੂੰ ਆਪਸ਼ਨਸ ਕਾਫੀ ਸਾਰੀਆਂ ਮਿਲ ਹਾਂਜੀ, ਰਹੀਆਂ ਹਾਂਜੀ। ਸੋ ਕਿਸੇ ਵੀ ਆਪਾਂ course ਦੇ ਵਿੱਚ- ਗੱਲ ਕਰ ਰਹੇ ਹਾਂ ਆਪਾਂ ਇੰਜੀਨੀਅਰਿੰਗ ਦੀ, ਤਾਂ ਸਾਡੇ ਕੋਲ ਇੰਜੀਨੀਅਰਿੰਗ ਦੇ ਹੀ ਐਕਸਪਰਟ ਬੈਠੇ ਹਨ ਡਾਕਟਰ ਵਿਕਰਾਂਤ ਸ਼ਰਮਾ ਜੀ। ਇਹ ਮੈਂ ਡਾਕਟਰ ਸਾਹਿਬ ਤੁਹਾਨੂੰ ਵੀ ਕਹਾਂਗਾ ਕਿ ਤੁਸੀਂ ਵੀ ਇਸ ਬਾਰੇ ਜ਼ਰੂਰ ਸਾਨੂੰ ਕੁਝ ਨਾ ਕੁਝ, ਬੱਚਿਆਂ ਨੂੰ ਵੀ ਕੁਝ ਗਾਈਡ ਕਰੋ ਔਰ ਸਾਨੂੰ ਵੀ ਸਾਰਿਆਂ ਨੂੰ ਕੁਝ ਨਾ ਕੁਝ ਜ਼ਰੂਰ ਦੱਸੋ ਇੰਜੀਨੀਅਰਿੰਗ ਦੇ ਬਾਰੇ। GNA ਯੂਨੀਵਰਸਿਟੀ ਜੋ ਇੰਜੀਨੀਅਰਿੰਗ ਚ ਪ੍ਰੋਵਾਈਡ ਕਰ ਰਿਹਾ, ਉਹ ਇਸ ਵੇਲੇ ਕੋਈ ਵੀ ਯੂਨੀਵਰਸਿਟੀ ਨਹੀਂ ਪ੍ਰੋਵਾਈਡ ਕਰ ਰਹੀ। ਜੀ। ਉਹਦਾ ਰੀਜ਼ਨ ਕੀ ਹੈ ਕਿ ਤੁਸੀਂ ਸੁਣਿਆ ਹੋਵੇਗਾ ਅੱਜ ਤੱਕ ਕਿ ਮੈਡੀਕਲ ਕਾਲਜਸ ਦੇ ਵਿੱਚ ਹਸਪੀਟਲ ਨਾਲ ਅਟੈਚ ਹੋਣਾ ਬਹੁਤ ਜ਼ਰੂਰੀ ਹੈ, ਜੀ ਕਿਉਂਕਿ ਇੱਕ ਮੈਡੀਕਲ ਕਾਲਜ ਜੇ ਸਟਾਰਟ ਕਰਨਾ ਹੈ ਉਹਦੇ ਲਈ ਕੰਡੀਸ਼ਨ ਹੁੰਦੀ ਕਿ ਹਸਪੀਟਲ ਨਾਲ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਸੇਮ ਇੰਜੀਨੀਅਰਿੰਗ ਕਾਲਜ, ਇੰਜੀਨੀਅਰਿੰਗ ਦੇ ਵਿੱਚ ਵੀ ਅੱਜ ਜੋ ਟਾਈਮ ਦੀ ਡਿਮਾਂਡ ਹੈ ਉਹਦੇ ਨਾਲ ਇੰਡਸਟਰੀ ਜੁੜੀ ਹੋਣੀ ਬਹੁਤ ਜ਼ਰੂਰੀ ਹੈ। ਬਿਲਕੁਲ। ਮਗਰ GNA ਨੂੰ ਇੱਕ ਬਹੁਤ ਵੱਡਾ ਐਜ ਹੈ ਕਿ ਸਾਡੇ ਕੋਲ ਆਪਣੀ ਇੰਡਸਟਰੀ ਹੈ, ਸਾਨੂੰ ਕਿਸੇ ਨਾਲ ਜੁੜਨ ਦੀ ਜ਼ਰੂਰਤ ਨਹੀਂ ਹੈ। ਬਿਲਕੁਲ ਜੀ। ਸਾਡੇ ਬੱਚੇ ਇੱਥੇ ਪੜ੍ਹਦੇ ਵੀ ਹੈ, ਨਾਲ ਉਹ ਪ੍ਰੈਕਟੀਕਲ ਨੌਲੇਜ ਵੀ ਗੇਨ ਕਰਦੇ ਆ। ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਏਗੀ ਕਿ ਅੱਜ ਕੋਈ ਵੀ ਬ੍ਰਾਂਚ ਇੰਡੀਪੈਂਡੈਂਟ ਨਹੀਂ ਹੈ। ਫੋਰ ਐਗਜ਼ਾਮਪਲ ਮਕੈਨੀਕਲ ਲੈ ਲਓ, ਜੀ। ਮਕੈਨੀਕਲ ਦੇ ਵਿੱਚ ਕੀ ਹੈ, ਇਲੈਕਟ੍ਰੋਨਿਕਸ ਵੀ ਨਾਲ ਜ਼ਰੂਰੀ ਆਣੀ ਚਾਹੀਦੀ ਹੈ। ਜੀ। ਕਿਉਂਕਿ ਤੁਸੀਂ ਦੇਖ ਲਓ ਆਪਣੀਆਂ ਕਾਰਸ ਦੇਖ ਲਓ, ਤੁਸੀਂ ਅੱਜ ਕਾਰ ਦੇ ਵਿੱਚ ਕਹਿ ਲਓ ਖਾਲੀ ਮਕੈਨੀਕਲ ਬੇਸ ਕੰਮ ਹੈ, ਦੈਟ ਇਜ਼ ਰੋਂਗ। ਹਾਂਜੀ ਹਾਂਜੀ। ਕਿਉਂਕਿ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਪਾਵਰ ਵਿੰਡੋ ਹੈ, ਪਾਵਰ ਸਟੀਅਰਿੰਗ ਹੈ, ਲੌਕਸ ਹੈ, ਕੋਡਿੰਗ ਵਗੈਰਾ ਸਾਰਾ ਕੁਝ ਉਹਦੇ ਵਿੱਚ ਹੈ। ਜੀ। GNA ਯੂਨੀਵਰਸਿਟੀ ਬੱਚੇ ਨੂੰ ਇਦਾਂ ਤਿਆਰ ਕਰ ਰਿਹਾ ਹੈ ਕਿ ਬੱਚਾ ਬਿਲਕੁਲ ਇੰਡਸਟਰੀ ਲਈ ਰੈਡੀ ਹੈ। ਮੈਂ ਇੱਕ ਬੜੀ ਗੱਲ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਜਿਹੜਾ ਬੱਚਾ ਸਾਡਾ ਫਾਈਨਲ ਈਅਰ ਦਾ ਪਾਸ ਆਊਟ ਸਟੂਡੈਂਟ ਹੈ, ਜੀ। ਉਹ ਜਿਸ ਦਿਨ ਇੱਥੋਂ ਨਿਕਲੇ ਨੈਕਸਟ ਡੇ ਇੰਡਸਟਰੀ ਜੁਆਇਨ ਕਰ ਸਕਦਾ। ਈਵਨ ਉਹ ਲਾਸਟ ਸਮੈਸਟਰ ਦੇ ਵਿੱਚ ਹੀ ਇੰਡਸਟਰੀ ਲਈ ਪ੍ਰਪੇਅਰ ਹੈ। ਠੀਕ ਹੈ। ਉਸ ਤੋਂ ਬਾਅਦ ਮੈਂ ਹੋਰ ਗੱਲ ਜਾਣਨਾ ਚਾਹਾਂਗਾ, ਅਸੀਂ ਬਹੁਤ ਸਾਰੇ MOUs ਕੀਤੇ ਆ ਜਿਹੜੇ ਸਾਡੇ ਬੱਚਿਆਂ ਨੂੰ ਬਹੁਤ ਬੈਨੀਫੀਸ਼ੀਅਲ ਹੈ। ਜੀ। ਜਿੱਦਾਂ ਕੋਵਿਡ ਦੇ ਦੌਰਾਨ ਸਾਰੇ ਬੱਚੇ ਘਰਾਂ ਦੇ ਵਿੱਚ ਸੀ, ਜੀ। ਮੋਸਟਲੀ ਥਿਓਰੀਟੀਕਲ ਸਟੱਡੀ ਵੈਬੀਨਾਰਸ ਦੇ ਥਰੂ ਕਾਲਜਸ ਨੇ ਕਰਵਾ ਲਈ ਜੀ। ਜਾਂ ਯੂਨੀਵਰਸਿਟੀਜ਼ ਨੇ ਕਰਵਾ ਲਈ। ਅਸੀਂ ਪ੍ਰੈਕਟੀਕਲ ਵੀ ਕਰਵਾਏ। ਸਾਡਾ IIT ਦਿੱਲੀ ਨਾਲ MOU ਹੈ ਵਰਚੁਅਲ ਲੈਬ ਦਾ, ਜਿਹਦੇ ਨਾਲ ਕਿ ਇਹ ਬੱਚਾ ਰਾਤ ਨੂੰ 12 ਵਜੇ ਬੈਠ ਕੇ ਵੀ ਘਰ ਪ੍ਰੈਕਟੀਕਲ ਪਰਫਾਰਮ ਕਰ ਸਕਦਾ। ਤੇ ਇਹ ਐਜ ਹੈ ਸਾਡੇ ਕੋਲ ਬਹੁਤ ਜ਼ਬਰਦਸਤ। ਤੁਸੀਂ ਦੇਖ ਰਹੇ ਹੋਗੇ ਕਿ ਇੰਜੀਨੀਅਰਿੰਗ ਸਾਰੇ ਵਰਲਡ ਦੇ ਵਿੱਚ ਡਾਊਨ ਹੈ, ਸਪੈਸ਼ਲੀ ਇਨ ਇੰਡੀਆ। ਜੀ। ਬਟ ਸਾਡੇ ਤੁਸੀਂ ਐਡਮਿਸ਼ਨ ਦਾ ਟ੍ਰੈਂਡ ਦੇਖ ਲਓ, ਲਾਸਟ 3 ਇਅਰਸ ਦੇ ਵਿੱਚ ਸਾਡਾ ਇੰਪਰੂਵਮੈਂਟ ਹੋਇਆ ਹਰ ਇੱਕ ਬ੍ਰਾਂਚ ਦੇ ਵਿੱਚ। ਜੀ। ਇੱਕ ਪਾਰਟਿਕੂਲਰ ਬ੍ਰਾਂਚ ਨਹੀਂ, ਜੇ ਆਪਾਂ ਕਹਿ ਦਈਏ ਕਿ ਕੁਝ ਤਾਂ ਸਾਡੀਆਂ ਬਹੁਤ ਸਪੈਸ਼ਲ ਬ੍ਰਾਂਚਿਸ ਹੈ, ਜਿੱਦਾਂ ਐਰੋਸਪੇਸ ਹੈ, ਰੋਬੋਟਿਕਸ ਹੈ, ਆਟੋਮੇਸ਼ਨ ਹੈ, ਠੀਕ ਹੈ, ਕੰਪਿਊਟਰ ਹੈ। ਮਗਰ ਸਾਡੇ ਤਾਂ ਸਾਰੀ ਬ੍ਰਾਂਚਿਸ ਦੇ ਵਿੱਚ ਜ਼ਿਆਦਾ ਐਡਮਿਸ਼ਨ ਹੋਇਆ ਲਾਸਟ 3 ਸਾਲ ਦਾ। ਅਗਰ ਆਪਣਾ ਅਸੀਂ ਸਟੇਟਸ ਚੈੱਕ ਕਰੀਏ, ਜੀ। ਸਾਡੇ ਸਟੇਟਸ ਦੇ ਵਿੱਚ ਅਸੀਂ ਹਰ ਬ੍ਰਾਂਚ ਦੇ ਵਿੱਚ ਇੰਪਰੂਵ ਕੀਤੇ ਆ। ਜੀ। ਜਦੋਂ ਐਰੋਸਪੇਸ ਇੰਜੀਨੀਅਰਿੰਗ ਦੀ ਬ੍ਰਾਂਚ ਦੀ ਮੈਂ ਗੱਲ ਕਰਦਾ, ਜੀ। ਸਾਡੇ ਕੋਲ ਆਪਣਾ DGC ਅਪਰੂਵਡ ਐਵੀਏਸ਼ਨ ਵਿੰਗ ਹੈ। GNA ਯੂਨੀਵਰਸਿਟੀ ਤੋਂ ਬਾਅਦ IIT ਕਾਨਪੁਰ को अपना DGC अप्रूव्ड एविएशन विंग है। DGC अप्रूव्ड एविएशन विंग लेना कोई छोटी टास्क नहीं है, बहुत बड़ा टास्क है। GNA यूनिवर्सिटी को बहुत सारे एजेस है सर, इस करके तभी ਜਿਹੜਾ ਬੱਚਾ ਇੱਥੇ ਸਾਨੂੰ ਪ੍ਰੈਫਰ ਕਿਉਂ ਕਰ ਰਿਹਾ ਹੈ, ਡਿਊ ਟੂ ਸਾਡਾ ਐਕੈਡਮਿਕ ਐਟਮੋਸਫੇਅਰ ਪ੍ਰੋਵਾਈਡ ਜੋ ਕਰ ਰਹੇ ਹਾਂ, ਜੋ ਸਾਡੀਆਂ ਇੰਡਸਟਰੀਅਲ ਬੱਚੇ ਦੀ ਰਿਕੁਆਇਰਮੈਂਟ ਉਹ ਫੁੱਲਫਿਲ ਕਰ ਰਹੇ ਹਾਂ, ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ। ਦੇਖੋ ਕੁਆਲਿਟੀ ਨਾਲ ਅਸੀਂ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ। ਤੁਸੀਂ ਡਾਕਟਰ ਸਾਹਿਬ ਕਿਹਾ ਕੁਆਲਿਟੀ ਨਾਲ ਅਸੀਂ ਬਿਲਕੁਲ ਕੰਪਰੋਮਾਈਜ਼ ਨਹੀਂ ਕਰਦੇ। ਉਹੀ ਰੀਜ਼ਨ ਸੀ ਕਿ ਪਿਛਲੇ ਸਾਲ ਤੁਸੀਂ ਵੀ ਬਾਹਰ ਜਾ ਕੇ ਬਹੁਤ ਕੁਝ ਉੱਥੇ ਦੱਸਿਆ ਵੀ। ਲਾਸਟ ਈਅਰ ਮੈਂ ਸਪੇਨ ਦੇ ਵਿੱਚ ਇੱਕ ਕਾਨਫਰੰਸ ਕਰਵਾਈ ਸੀ, ਮੈਡਰਿਡ ਦੇ ਵਿੱਚ ਇੰਟਰਨੈਸ਼ਨਲ ਕਾਨਫਰੰਸ ਕਰਵਾਈ ਸੀ। ਪੋਲੀਟੈਕਨਿਕ ਯੂਨੀਵਰਸਿਟੀ ਨਾਲ ਮਿਲ ਕੇ ਅਸੀਂ ਕਾਨਫਰੰਸ ਕੀਤੀ। ਨੀਅਰ ਅਬਾਊਟ 13 ਫੈਕਲਟੀ ਮੈਂਬਰ ਫਰਮ ਦਿਸ ਯੂਨੀਵਰਸਿਟੀ ਜਿਨ੍ਹਾਂ ਨੇ ਵਿਜ਼ਿਟ ਕੀਤਾ। ਅਲੋਂਗ ਸਟੂਡੈਂਟਸ ਵੀ ਕਾਫੀ ਗਏ ਸੀ ਸਾਡੇ ਨਾਲ। ਹਾਂਜੀ ਹਾਂਜੀ। ਤੇ ਪੋਲੀਟੈਕਨਿਕ ਵਨ ਆਫ ਦਾ ਵੈਲ ਨੋਨ ਯੂਨੀਵਰਸਿਟੀ ਆਫ ਯੂਰਪ। ਤੇ ਉਸ ਤੋਂ ਬਾਅਦ ਲਾਸਟ ਈਅਰ ਅਸੀਂ US ਤੇ ਕੈਨੇਡਾ 'ਚ ਵੀ ਗਏ, ਉੱਥੇ ਵੀ ਵਿਜ਼ਿਟ ਕੀਤੀ ਤੇ ਉੱਥੇ ਵੀ ਅਸੀਂ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਮੈਂ ਖੁਦ ਪਾਰਟਿਸਿਪੇਟ ਕੀਤਾ। ਤੇ ਕਾਫੀ ਸਾਨੂੰ ਯੂਨੀਵਰਸਿਟੀ ਨੂੰ ਇਸ ਵੇਲੇ ਕਾਫੀ ਐਜ ਹੈਗੇ ਕਾਫੀ ਗੱਲਾਂ ਦੇ। ਦੈਟਸ ਵਾਈ ਜਿੱਦਾਂ ਦੀ ਸਿਚੁਏਸ਼ਨ ਹੈ ਵੀ ਆਰ ਨਾਟ ਵਰੀਡ। ਸਾਡੇ ਦਿਮਾਗ 'ਚ ਇੱਦਾਂ ਦਾ ਕੋਈ ਵਰੀ ਨਾ ਫੈਕਟਰ ਨਹੀਂ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਬਹੁਤ ਅੱਛਾ ਐਡਮਿਸ਼ਨ ਅੱਜ ਦੀ ਰੇਟ ਚੱਲ ਰਿਹਾ। ਪੀਅਰਸਨ ਦੇ ਆਉਣ ਨਾਲ ਸਾਨੂੰ ਇੱਕ ਹੋਰ ਐਜ ਮਿਲ ਗਿਆ। ਬਿਲਕੁਲ। ਸੋ ਬਹੁਤ ਹੀ ਵਧੀਆ ਤੁਸੀਂ ਡਾਕਟਰ ਵਿਕਰਾਂਤ ਜੀ ਦੱਸਿਆ, ਕਿਉਂਕਿ ਬੱਚਿਆਂ ਨੂੰ ਇੱਥੋਂ ਬਹੁਤ ਗਾਈਡਲਾਈਨਸ ਅਲੱਗ-ਅਲੱਗ ਕੋਰਸਿਸ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਐਵੀਏਸ਼ਨ ਦੀ ਗੱਲ ਕੀਤੀ, ਐਰੋਸ ਦੀ ਗੱਲ ਕੀਤੀ, ਸਾਰਾ ਕੁਝ ਬੱਚਿਆਂ ਨੂੰ ਪਤਾ ਲੱਗ ਰਿਹਾ। ਸੋ ਆਪਾਂ ਇੱਕ ਹੋਰ ਟੌਪਿਕ ਦੇ ਉੱਤੇ ਇਹਦੇ ਵਿੱਚ ਹੀ ਗੱਲ ਕਰਦੇ ਹਾਂ, ਡਿਜ਼ਾਈਨਸ ਦੇ ਉੱਤੇ। ਸਾਡੇ ਕੋਲ ਐਕਸਪਰਟਸ ਬੈਠੇ ਹਨ, ਡਾਕਟਰ ਤ੍ਰਿਪਾਠੀ ਜੀ। ਸੋ
मैं डॉक्टर त्रिपाठी जी ਨੂੰ ਵੀ ਕਹਾਂਗਾ ਕਿ ਤੁਸੀਂ ਵੀ ਜ਼ਰੂਰ ਬੱਚਿਆਂ ਲਈ ਜਾਂ ਪੇਰੈਂਟਸ ਲਈ ਜਾਂ ਇੱਕ ਪੂਰੇ ਸਮਾਜ ਵਾਸਤੇ ਜ਼ਰੂਰ ਕੁਝ ਨਾ ਕੁਝ ਮੈਸੇਜ ਦਿਓ। डॉक्टर त्रिपाठी जी। थैंक यू सर, थैंक यू फॉर गिविंग दिस अपॉर्चुनिटी। पहला एक बात है, देखो जीएनए यूनिवर्सिटी इज द बैक सपोर्ट ऑफ आवर जीएनए ग्रुप ऑफ इंडस्ट्री। इसमें हमने एक यूनिक कोर्स, यूनिक प्रोग्राम नॉर्थ इंडिया बीच में चलाया है, जी। दैट इज ऑटोमेशन इंजीनियरिंग। जी दैट ऑटोमेशन इंजीनियरिंग इट्स ए मैकेनिकल एंड ऑटोमेशन, रोबोटिक्स एंड ऑटोमेशन। जी क्यों ना मैकेनिकल इंजीनियरिंग तो हर इंजीनियरिंग कॉलेज एंड यूनिवर्सिटी दे आर रनिंग, इवन आईआईटी लेवल में भी रनिंग कर रहे हैं। बट उसके साथ एक ऑटोमेशन इंजीनियरिंग जो आज का डेट में जो इंडस्ट्री डिमांड करता है, जी जो चीज़ में चाहिए जब वो एंट्री करेंगे इंडस्ट्री के अंदर में, पहला फर्स्ट पार्ट है ऑटोमेशन चलना, जो ना प्रोडक्टिविटी को इंक्रीज करना। जी प्रोडक्टिविटी इंक्रीज करना, नोबडी इज गिविंग दैट, आपको टाइम नहीं देगा, आपको ट्रेनिंग देना है, आपको इस पे एक्सपर्टीज बनाना है, इसके बाद आपसे काम लेना जी। है। नोबडी जी लुकिंग लाइक दिस। बिल्कुल। इंडस्ट्री चाहता है रेडी बिल्कुल। मैन पावर। अगर मैन पावर 100% रेडी है तो फर्स्ट डे इटसेल्फ आउटपुट देना स्टार्ट करें। जी दैट पॉइंट ऑफ व्यू से हमने क्या किया हुआ, ये ऑटोमेशन एंड डिजाइन डिपार्टमेंट, डिजाइन डिवीजन के बीच में डिफरेंट कंट्री का बिग इंडस्ट्री के साथ हमारा टाई अप किया हुआ। जी पहला इंडस्ट्री पीटीसी, पैरामेट्रिक टेक्नोलॉजी कॉर्पोरेशन, जो कि $6 बिलियन कंपनी वर्ल्ड वाइड, आईएनसी यूएसए में, जी। वो कंपनी साथ हमारे साथ टाई अप 2006 ऑनवर्ड्स हुआ। इन 2006 ऑनवर्ड्स हमने मोर देन दैट, इफ यू कैन सी दैट, जितने भी एरिया में इस बीच में सोसाइटी का बात करोगे तो ये आसपास इंजीनियरिंग कॉलेज एंड डिप्लोमा कॉलेज के स्टूडेंट आके इसका एडवांटेज उठाते हैं। हमसे मैंने ट्रेनिंग लेके दे लर्न दिस थिंग्स एंड दे मेक देयर करियर, तो अपना करियर भी बनाया हुआ। जी। मैंने ऐसे कोई इंडस्ट्री नहीं है आसपास लोकल में देखोगे, हर इंडस्ट्री का बीच में हमारा स्टूडेंट काम कर रहा है। बिल्कुल। कोई भी इंडस्ट्री का आप नाम ले सकते हैं। जी इसी के बाद हमने क्या किया हुआ, एक डेसल्ट सिस्टम है जो कि फ्रांस का कंपनी है, जो एयरक्राफ्ट डिजाइन के ऊपर 100% फोकस करता है। जी एयरक्राफ्ट अगर अपने बोइंग इंडस्ट्री का बात करो, एयर बसेस का बात करो, ये 100% है डेसल्ट सिस्टम का सॉफ्टवेयर काटिया यूज होता है। जी। ये काटिया सॉफ्टवेयर के साथ हमने 2009 ऑनवर्ड्स इनके साथ हमारा टाइप चल रहा है। एक देखो कंपनी से टाइप करना, एक कंपनी के साथ रिलेशन मेंटेन रखना, बिल्कुल। उसके सबसे सस्टेनेबिलिटी बनाना एक डिफरेंट बात होता है। ये जीएनए के साथ है, जीएनए जिसके साथ टाइप करता है, जिसके साथ कोलाबोरेशन करता है, उसको मेंटेन भी करता है। तो लाइक दिस वे सीमेंस के साथ में हमारा टाइप और डिजिटल मैन्युफैक्चरिंग प्रोसेस, आपका बात करोगे हर इंडस्ट्री के बीच में क्या होता है, सीएनसी कंप्यूटर न्यूमेरिकल कंट्रोल मशीन चलता है। सीएनसी मशीन को चलाने के लिए, सीएनसी का मैन्युफैक्चरिंग प्रोसेस को रन करवाने के लिए एक डिजिटल मैन्युफैक्चरिंग प्रोसेस चाहिए। जी हर बच्चे को दे आर गिविंग दैट इंजीनियरिंग नॉलेज, बट उसका मैन्युफैक्चरिंग प्रोसेस डिजिटल वे में कैसे होता है, उसका प्रोडक्टिविटी बढ़ाने के लिए वो किसके पास सिस्टम नहीं है। जी। तो दैट इज सीमेंस जर्मनी का एक, दैट इज योर एनएक्स एंड सीमेंस जो सॉफ्टवेयर, दैट इज इंडस्ट्री साथ हमारा टाइप किया गया। वर्ल्ड वाइड जो ग्लोबल लेवल में जो टेक्नोलॉजी दिया जाता है, वो ग्लोबल टेक्नोलॉजी दैट इज वी आर गिविंग हियर। वी आर आर्गू दिस थिंग्स, एनीबडी वी कैन टेक द चैलेंज आल्सो। दिस काइंड ऑफ दैट कंप्यूटर मैन्युफैक्चरिंग प्रोसेस, डिजिटल मैन्युफैक्चरिंग प्रोसेस, nobody can give in that North India. That every industry they are also recognizing in this technology towards. So student जो बाहर से आते हैं, किधर से भी आते हैं, स्टूडेंट पहला, अभी रिसेंटली आपको एक छोटा सा एग्जांपल देता हूँ। जी। एक बच्चा केएल यूनिवर्सिटी से पास आउट हुआ, गुंटूर से, जी 2 साल एमएस करने के लिए जर्मनी गया हुआ। जी एमएस से मैथमेटिकल मॉडल करने बाद वो उधर से वो इंक्वायरी किया हुआ, क्यों ना उधर से कंपनी बोला उसको, जो कि क्लीजरबर्ग कंपनी में गया था, वो बोला आपने क्या टेक्नोलॉजी के ऊपर जब तक लर्न नहीं करोगे तब आपको अपॉर्चुनिटी हम नहीं दे सकते। जी। देन फ्रॉम जर्मनी इटसेल्फ ही जी ट्राइंग टू सर्च हियर इन इंडिया वेयर इट इज अवेलेबल, देन ही गेट दैट इन जीएनए यूनिवर्सिटी प्रोवाइडिंग दिस टेक्नोलॉजी। वेरी गुड। So that guy he already registered here in MTech CAD, मास्टर डिग्री CAD में रजिस्टर्ड किया। देन मैं पर्सनली आई आस्क्ड दिस क्वेश्चन टू द स्टूडेंट, why you are taking this admission in our university, because of in south you have the number of university, as well as you are complete your BTech or graduation program from KL University, it's a NAC A+ university, then also you are coming to here. Then he said that sir जी मैंने जर्मनी में भी चेक किया हुआ, फॉर दिस टेक्नोलॉजी सीखने के लिए इट्स अ ह्यूज अमाउंट, 3000 euro I have to pay in that 3-month course, so that this much it's a very huge amount I have to pay there. Then I am coming and I know that in India you are giving that the best service in this field, so that I am coming. So like this way he is giving this kind of input to us. This is also proud for us, as well as not सबसे बड़ी only बात ये है कि जीएनए यूनिवर्सिटी इज नॉट ए प्रॉफिट मेकिंग यूनिवर्सिटी। जी जैसे आज इंडस्ट्री बन गई है एजुकेशन,
जीएनए यूनिवर्सिटी में सबसे बड़ी बात यह है कि जीएनए यूनिवर्सिटी एक एजुकेशन की इंडस्ट्री नहीं है, एजुकेशन एक मिशन लेके चलती बिल्कुल। है। और उस मिशन के कारण हम जिनके 90% मार्क्स हैं, 80% मार्क्स हैं, ऐसे डिवीज़न किया हुआ, उनको यूनिवर्सिटी खुद स्कॉलरशिप दे के पढ़ा रही है। कोई यूनिवर्सिटी ऐसा नहीं करती जैसा ये यूनिवर्सिटी कर रही है। और उसके कारण ये है कि पीपल आर बीइंग अट्रैक्टेड फ्रॉम साउथ। इवन साउथ से हमारे पास 300 बच्चे आए हैं पिछले साल भी। हाँ जी, जिस तो तरह आ हमने रहे हैं एग्जांपल भी दी मेकिंग कंपैरिजन इन फी ऑफ साउथ एंड नॉर्थ। जी। और हमारी फीस को जब देखते हैं, स्कॉलरशिप देखते हैं, तो दे विल से दैट हॉस्टल में रहने पे भी वी आर गेटिंग सेविंग द मनी एंड गेटिंग गुड एजुकेशन। दिस इज इन जीएन। सर 90% प्लस बच्चा जे कोई मार्क्स लाता है जी। वो अपनी less than 20,000 फीस ते बीटेक कर रहा जी। है कि कोई भी यूनिवर्सिटी ਇੰਨੀਆਂ ਫੈਸਿਲਿਟੀਜ਼ ਦੇ ਕੇ ਨਹੀਂ ਕਰਵਾ ਸਕਦੀ। हाँ जी। ਅਸੀਂ ਵਰਲਡ ਵਾਈਡ ਸਾਰੀਆਂ ਜਿੱਦਾਂ ਸਰ ਨੇ ਤ੍ਰਿਪਾਠੀ ਸਰ ਨੇ ਵੀ ਦੱਸਿਆ ਕਿ ਇੰਨੇ ਸੌਫਟਵੇਅਰ ਹੈ ਸਾਡੇ ਕੋਲ ਇਹਨਾਂ ਜੀ। ਸਭ ਕੁਝ ਹੈ, ਕੋਈ ਵੀ ਯੂਨੀਵਰਸਿਟੀ ਅਫੋਰਡ ਹੀ ਨਹੀਂ ਕਰ और ਸਕਦੀ। साडा इंफ्रास्ट्रक्चर कोई आके चेक कर ले, टोटल क्वालिटेटिव है, कोई किते भी कमी नहीं छड़ी। चाहे वो रेस्टोरेंट्स ने, होटल मैनेजमेंट दी, कैड कैम दी मशीनरी है, चाहे एरोस्पेस इंजीनियरिंग है, चाहे साडा इनोवेशन है, साडे कोई भी मतलब प्रैक्टिकल ट्रेनिंग जी है दी बेस्ट है। हुण असीं इस साल फिजियोथेरेपी भी शुरू कर दी है और ਉਹਦੇ ਲਈ ਅਸੀਂ ਸਭ ਤੋਂ ਬੈਸਟ ਜਿਹੜੀ ਹੈ ਮਤਲਬ ਲੈਬੋਰੇਟਰੀ ਬਣਾ ਰਹੇ ਹਾਂ। ਅਸੀਂ ਮਲਟੀ ਲੈਬ ਟੈਕਨੋਲੋਜੀ ਸ਼ੁਰੂ ਕੀਤੀ ਹੈ ਔਰ ਮੈਡੀਕਲ ਲੈਬ ਟੈਕਨੋਲੋਜੀ ਅਸੀਂ ਉਹਦੇ ਵਿੱਚ ਵੀ ਅਸੀਂ ਜਿਹੜਾ ਮੈਡੀਕਲ ਲੈਬ ਟੈਕਨੋਲੋਜੀ ਦੇ ਵਿੱਚ ਵੀ बेस्ट इक्विपमेंट लेके आ रहे हैं, बेस्ट स्टाफ लेके आ रहे जी। हैं ताकि बच्चों को जो भी असी दईए दी बेस्ट दईए। और एक यूनिक कोर्स सर हम चला रहे हैं जो बैचलर ऑफ डिजाइन। बैचलर ऑफ डिजाइन इट्स ब्लेंडेड कैड केम के साथ बैचलर ऑफ डिजाइन जो दो चीज़ मिक्स करके कोई यूनिवर्सिटी नहीं दे पा रही, बिकॉज ऑफ हमारा जो पहला जो प्राइम एज था कैड केम टेक्नोलॉजी जो कि डिजाइन फील्ड में जरूरी है, बिल्कुल, साथ में बिल्कुल। हमने ऐड कर दिए बैचलर ऑफ जी। डिजाइन दैट इज कमिंग अंडर योर कॉन्सेप्ट डिजाइन। When कोई भी कंसेप्ट बनाना, ऑटोमोटिव हो जाए, प्रोडक्ट हो जाए, कोई भी प्रोडक्ट का एग्जांपल लीजिए, कोई भी ऑटोमोटिव, जैसे दिलीप छाबरा का एग्जांपल सब सोसाइटी को भी पता है। बिल्कुल। तो लाइक दिस कुछ भी चीज बनाना एक कंसेप्ट देना पड़ता है, आइडिया देना पड़ता है, बिल्कुल। उसका एक विजुअलाइजेशन करके उसका ग्राफ्स बनाना पड़ता है। दैट काइंड ऑफ डिजिटल मोड, मैनुअल मोड, एवरीथिंग वी हैव हियर। वेबकम का जो मशीन है, जापान से हमने क्ले मॉडल का मशीन भी इंपोर्ट किए हुए, दैट इज आल्सो वी हैव, दैट इज यूनिक मशीनरी सिस्टम्स दैट वी आर प्रोवाइडिंग टू आवर स्टूडेंट्स। दे कैन डेवलप देमसेल्फ manual method as well as digital method, so that when they come out from this bachelor of design course, directly they will be entering that engineering field in industry. They will be work as concept designer, product designer, automotive designer with engineer. तो इसलिए इसका क्या एंट्री है, +2 आर्ट्स भी किए, कॉमर्स भी कर लिए, नॉन मेडिकल कर लिए। सपोज कोई आर्ट्स ले लिया, +2 आर्ट्स में पास आउट हो गया, इसके बाद उसका सपना था मैं इंजीनियर बनना, बट गलती में उसने कॉमर्स में पढ़ लिया कि आर्ट्स में पढ़ लिया, बट उसका बचपन से उसका आर्ट के ऊपर काफी नॉलेज है, देन उसका कोई नहीं, उसका ड्रीम कोई नहीं रोक सकता। वो क्या कर सकता है, बैचलर ऑफ डिजाइन थ्रू से ये 4 साल डिग्री करने के बाद वो इंजीनियर के साथ बैठे और इंजीनियर का पहला स्टेप में बैठे, क्या ना, जब तक इंजीनियर को कॉन्सेप्ट नहीं आता है तब तक इंजीनियर उसको मैन्युफैक्चरिंग ही कर नहीं सकता। ये नवी चीज पता लगी जी, आज के देखो बच्चों वास्ते ये भी चांसेस है, ये वाला चांस ਸਰ है। ਇਹ ਵਾਲੀ ਤੁਸੀਂ ਯੂ ਵਿਲ ਬੀ ਸਰਪ੍ਰਾਈਜ਼ਡ ਟੂ ਨੋ ਕਿ ਸਾਰੇ ਕਾਲਜਸ ਦੇ ਵਿੱਚ ਬਿਜ਼ਨਸ ਜਿਹੜਾ ਹੈਗਾ ਕਿਤਾਬਾਂ ਨਾਲ ਪੜ੍ਹਾਇਆ ਜਾਂਦਾ हाँ जी हाँ जी, ਹੈ ਨਾ। ਤੇ ਲੇਕਿਨ ਸਾਡੇ ਇੱਥੇ ਵੀ ਆਰ ਦੀ ਓਨਲੀ ਯੂਨੀਵਰਸਿਟੀ ਜਿੱਥੇ ਕਿ ਬਿਜ਼ਨਸ ਸਿਮੂਲੇਸ਼ਨ ਲੈਬ ਹੈ जी ਉਹ ਲੈਬ ਦੇ ਵਿੱਚ ਕੀ ਹੈ ਕਿ ਬੱਚਿਆਂ ਨੂੰ ਇੱਕ ਵਰਚੁਅਲ ਇਨਵਾਇਰਨਮੈਂਟ ਦਿੱਤਾ ਜਾਂਦਾ ਆਪਣਾ ਬਿਜ਼ਨਸ ਰਨ ਕਰਨ ਦਾ। जी ਉੱਥੇ ਉਹ ਡਿਸੀਜਨਸ ਲੈਂਦੇ ਨੇ, ਹਰ ਅਲੱਗ-ਅਲੱਗ ਸਿਚੁਏਸ਼ਨ 'ਚ ਉਹ ਡਿਸੀਜਨਸ ਲੈਂਦੇ ਨੇ। ਫਿਰ ਉਹਨਾਂ ਨੂੰ ਆਪਣੀਆਂ ਗਲਤੀਆਂ ਪਤਾ ਲੱਗਦੀਆਂ ਕਿ ਅਸੀਂ ਬਿਜ਼ਨਸ ਕਰਨ ਲੱਗੇ ਹਾਂ, ਕਿਹੜੇ-ਕਿਹੜੇ ਡਿਸੀਜਨਸ ਲਏ ਸੀ, ਕੀ ਗਲਤੀਆਂ ਕੀਤੀਆਂ। ਜੀ। ਤੇ ਜਦੋਂ ਉਹ ਲਾਈਵ ਇਨਵਾਇਰਨਮੈਂਟ 'ਚ ਜਾਂਦੇ ਆ ਤਾਂ ਉਹਨਾਂ ਨੂੰ ਉਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਨਹੀਂ ਫੇਸ नहीं फेस करनी, क्योंकि उन्होंने प्रैक्टिकल इतने किया होंगे पहले। ਅਕਾਊਂਟਸ 'ਚ ਵੀ ਉਹਨਾਂ ਦੇ ਸੌਫਟਵੇਅਰ ਜਿੱਦਾਂ ਜੇ ਚਾਹੇ ਉਹ ਟੈਲੀ ਹੈਗਾ, ਚਾਹੇ ਕੋਈ ਹੋਰ ਸੌਫਟਵੇਅਰ ਹਾਂਜੀ, ਹਾਂਜੀ। ਤਾਂ ਉਹ ਵਾਲੀਆਂ ਟ੍ਰੇਨਿੰਗਸ ਵੀ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ। हाँ जी, ऑलरेडी ਤੁਸੀਂ ਤਾਂ ਪ੍ਰੋਗਰਾਮਿੰਗ ਵੀ ਕਰਵਾਉਂਦੇ ਆ ਵੈਸੇ, ਕਿਉਂਕਿ ਬੱਚੇ ਖੁਦ ਵੀ ਉਹ ਸੌਫਟਵੇਅਰ ਉਸ ਤਰ੍ਹਾਂ ਦਾ ਡਿਵੈਲਪ ਕਰ ਸਕਦੇ ਹੈ। we are making our students professional, ਜੀ टोटल प्रोफेशनल की जिथे भी वो जाएंगे वो इमीडिएट सिलेक्ट होंगे। और आजकल नीड ही यही है बच्चे की कि उन्हें प्लेसमेंट मिलनी चाहिए, ਬਿਲਕੁਲ ਜੀ, ਉਹਦੀ अच्छी प्लेसमेंट होनी चाहिए। और यूनिवर्सिटी इस पासे पूरी तरह अपने वालों कमिटेड है कि हर बच्चे को उन्होंने एक टोटल प्रोफेशनल
ਇੱਕ ਪ੍ਰੋਡਕਟ ਅਸੀਂ ਮਾਰਕੀਟ ਦੇ ਵਿੱਚ ਭੇਜੀਏ। ਮਹਾਜਨ ਸਾਹਿਬ ਤੁਹਾਡੀ ਗੱਲ ਠੀਕ ਹੈ ਕਿ ਬੱਚਾ ਚਾਹੁੰਦਾ ਮੈਨੂੰ ਜਲਦੀ ਨੌਕਰੀ ਮਿਲਣੀ ਚਾਹੀਦੀ ਹੈ। ਜਿਸ ਤਰ੍ਹਾਂ ਤ੍ਰਿਪਾਠੀ ਜੀ ਨੇ ਦੱਸਿਆ ਕਿ ਜਿਹੜੀਆਂ ਇੰਡਸਟਰੀਜ਼ ਆ ਉਹ ਇਹ ਨਹੀਂ ਚਾਹੁੰਦੀਆਂ ਕਿ ਅਸੀਂ ਪਹਿਲਾਂ ਕਿਸੇ ਨੂੰ ਵੀ ਤਿਆਰ ਕਰੀਏ, ਉੱਤੇ ਟਾਈਮ ਵੇਸਟ ਕਰੀਏ, ਕਿਉਂਕਿ ਦੋਨੇ ਹੀ ਚੀਜ਼ਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਮਿਲ ਰਹੀਆਂ ਹੈਗੀਆਂ। ਬੱਚੇ ਵੀ ਫੁੱਲੀ ਟ੍ਰੇਨਡ ਹੋ ਰਹੇ ਆ, ਨਾਲ ਦੀ ਨਾਲ ਥਿਓਰੈਟੀਕਲੀ ਦੇ ਨਾਲ ਨਾਲ ਪ੍ਰੈਕਟੀਕਲੀ ਵੀ ਹੋ ਰਿਹਾ ਸਾਰਾ ਕੁਝ, ਔਰ ਅੱਗੇ ਇੰਡਸਟਰੀ ਨੂੰ ਵੀ ਇਹ ਫਾਇਦਾ ਹੋ ਰਿਹਾ ਕਿ ਉਹਨਾਂ ਨੂੰ ਬਿਲਕੁਲ ਪਰਫੈਕਟ ਜਿਨ੍ਹਾਂ ਬੱਚਿਆਂ ਨੇ ਆਲਰੇਡੀ ਇੱਥੇ ਪ੍ਰੈਕਟੀਕਲਸ ਵੀ ਕੀਤੇ ਹੋਏ ਹੁੰਦੇ ਆ ਉਹ ਵੀ ਉਹਨਾਂ ਨੂੰ ਮਿਲ ਜਾਂਦੇ ਹੈਗੇ ਆ। ਉਹਨਾਂ ਦਾ ਇੰਡਸਟਰੀ ਦਾ ਕੋਈ ਟਾਈਮ ਵੇਸਟ ਨਹੀਂ ਹੁੰਦਾ। ਆਈ ਥਿੰਕ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਆ। ਇਹ ਸ਼ਾਇਦ ਮੈਂ ਕੋਈ ਗੱਲ ਵਿੱਚੋਂ ਕੁਝ ਛੱਡ ਗਿਆ ਹੋਵਾਂ ਜਾਂ ਕੁਝ ਮੈਂ ਨਾ ਪੁੱਛ ਸਕਿਆ ਹੋਵਾਂ ਤਾਂ ਤੁਸੀਂ ਜ਼ਰੂਰ ਦੱਸ ਸਕਦੇ ਹੋ। ਅਗਰ ਸਮੀਰ ਸਰ ਨੇ ਦੱਸਣਾ, ਮੈਡਮ ਤੁਸੀਂ ਦੱਸਣਾ ਜਾਂ ਤਾਂ ਜ਼ਰੂਰ ਤੁਸੀਂ। ਸਰ ਅਸੀਂ ਇੱਥੇ ਜ਼ਰੂਰ ਦੱਸਣਾ ਚਾਹਾਂਗੇ ਕਿ ਕੋਵਿਡ ਦੇ ਦੌਰਾਨ ਜੀ ਸਾਨੂੰ ਨਹੀਂ ਪਤਾ ਇਹ ਸਿਚੁਏਸ਼ਨ ਉਹ ਕਿੰਨਾ ਚਿਰ ਚੱਲਣੀ ਹੈ। ਬਿਲਕੁਲ ਜੀ। 2 ਮਹੀਨੇ 4 ਮਹੀਨੇ 6 ਮਹੀਨੇ ਚੱਲਣੀ ਬਿਲਕੁਲ ਜੀ। ਬਟ ਇਹਦੇ 'ਚ ਪੇਰੈਂਟਸ ਨੂੰ ਔਰ ਸਟੂਡੈਂਟਸ ਨੂੰ ਇਹ ਅਸੀਂ ਜ਼ਰੂਰ ਆਸ਼ਵਾਸਨ ਦੇਣਾ ਚਾਹਾਂਗੇ ਜੀ। ਕਿ ਅਸੀਂ ਵੀ ਆਰ ਫੁਲੀ ਇਕਵਿਪਡ। ਪਿੱਛੇ ਜਿਹੜੇ 3 ਮਹੀਨੇ ਨਿਕਲੇ ਸਾਡੇ ਬੱਚਿਆਂ ਨੇ ਪ੍ਰੂਵ ਕਰਿਆ ਹੈਗਾ ਕਿ ਉਹਨਾਂ ਨੇ ਚੰਗੀਆਂ ਟ੍ਰੇਨਿੰਗਸ ਆਨਲਾਈਨ ਕੀਤੀਆਂ। ਜੀ। ਜਦੋਂ ਇਹ ਜਿਹੜਾ ਇਹ ਸਿਚੁਏਸ਼ਨ ਜਿਹੜੀ ਹੈ ਖਤਮ ਹੋਏਗੀ ਤਾਂ ਸਾਡੇ ਸਟੂਡੈਂਟਸ ਜਿਹੜੇ ਹੈ ਇਹ ਨਹੀਂ ਕਿ ਉਹ ਐਜ਼ ਇਟ ਇਜ਼ ਹੋਣਗੇ। ਜੀ। ਦੇ ਵਿਲ ਬੀ ਮੋਰ ਇਕਵਿਪਡ। ਬਿਲਕੁਲ। ਉਹਨਾਂ ਦਾ ਜਿਹੜਾ ਪ੍ਰੋਫਾਈਲ ਹੈਗਾ ਉਹ ਬੈਟਰ ਹੋਏਗਾ ਬਾਕੀ ਬੱਚਿਆਂ ਨਾਲੋਂ ਜਿਨ੍ਹਾਂ ਨੇ ਇਹ 3 ਮਹੀਨੇ ਅਗਰ ਕੁਝ ਨਹੀਂ ਕੀਤਾ ਹੈਗਾ। ਜੀ। ਤਾਂ ਆਉਣ ਵਾਲੇ ਟਾਈਮ 'ਚ ਵੀ ਸਾਡੀ ਜਿਹੜੀਆਂ ਕਲਾਸਿਸ ਹੈਗੀਆਂ ਵੀ ਆਰ ਗੈਟਿੰਗ ਪ੍ਰੀਪੇਅਰਡ ਕਿ ਸਾਡੀਆਂ ਆਨਲਾਈਨ ਵੀ ਅਗਰ ਕਲਾਸਿਸ ਚੱਲਣੀਆਂ ਹੋਣ ਤਾਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਵੀ ਨੁਕਸਾਨ ਨਹੀਂ ਹੋਏਗਾ। ਬਿਲਕੁਲ, ਕਿਉਂਕਿ ਤੁਸੀਂ ਨਾਲੋਂ ਨਾਲ ਹੀ ਉਹਨਾਂ ਦਾ ਸਾਰਾ ਸਿਲੇਬਸ ਜਿਹੜਾ ਹੈਗਾ ਉਹ ਕਵਰ ਵੀ ਕੀਤਾ ਹੋਇਆ ਔਰ ਪ੍ਰੈਕਟੀਕਲ ਟ੍ਰੇਨਿੰਗ ਵੀ ਜਿਸ ਤਰ੍ਹਾਂ ਸਰ ਨੇ ਵੀ ਦੱਸਿਆ ਕਿ ਨਾਲ ਦੀ ਨਾਲ ਹੀ ਸਰ ਸਾਰਾ ਆਨਲਾਈਨ ਪਲੇਟਫਾਰਮਸ ਜਿੱਦਾਂ ਸਾਡੇ ਕੋਲ ਹੈਗੇ ਨੈਪਟਰ ਹੈਗਾ, ਸਵਯਮ ਹੈਗਾ, ਸਾਡੀਆਂ ਸਿਮੂਲੇਸ਼ਨ ਲੈਬਸ ਹੈਗੀਆਂ, ਸਾਡੀਆਂ ਆਨਲਾਈਨ ਕਲਾਸਿਸ ਦੇ ਵਿੱਚ ਇਹਨਾਂ ਸਾਰਿਆਂ ਦੇ ਥਰੂ ਜਿਹੜਾ ਪੜਾਇਆ ਜਾਏਗਾ। ਜਿਹੜੇ ਬੱਚਿਆਂ ਦੇ ਪ੍ਰੈਕਟੀਕਲਸ ਰਹਿ ਵੀ ਜਾਣਗੇ ਜਿਹੜੇ ਕਿ ਕੋਰ ਵਰਕਸ਼ਾਪ ਵਾਲੇ এনवायरमेंट 'ਚ ਹੀ ਹੋਣੇ ਆ। ਜਦੋਂ ਬੱਚਿਆਂ ਦੀ ਇਹ ਸਿਚੁਏਸ਼ਨ ਠੀਕ ਹੋਏਗੀ ਤਾਂ ਉਹ ਵਾਲੇ ਪ੍ਰੈਕਟੀਕਲਸ ਵੀ ਉਹਨਾਂ ਦੇ ਬੱਚਿਆਂ ਦੇ ਕਰਵਾਏ ਜਾਣਗੇ ਪ੍ਰੋਪਰ। ਮਤਲਬ ਸਾਰਾ ਪਲੈਨਿੰਗ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਤਾਂ ਕਿ ਬੱਚਿਆਂ ਦਾ ਕਿਸੇ ਲੈਵਲ ਤੇ ਵੀ ਨੁਕਸਾਨ ਨਹੀਂ ਹੋਵੇ। ਬਹੁਤ ਹੀ ਵਧੀਆ ਮੈਡਮ, ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਕਿਉਂਕਿ ਬੱਚਿਆਂ ਨੂੰ ਇਸ ਚੀਜ਼ ਤੋਂ ਬਹੁਤ ਫਾਇਦਾ ਮਿਲੇਗਾ। ਸਪੈਸ਼ਲੀ ਪੇਰੈਂਟਸ ਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਫਾਇਦਾ ਮਿਲੇਗਾ ਕਿਉਂਕਿ ਪੇਰੈਂਟਸ ਇਸ ਵੇਲੇ ਇੰਨੇ ਜ਼ਿਆਦਾ ਡਰੇ ਹੋਏ ਹਨ ਡਿਊ ਟੂ ਕੋਵਿਡ-19। ਆਪਾਂ ਸਾਰੇ ਹੀ ਡਰੇ ਹੋਏ ਆ, ਪ੍ਰੀਕਾਸ਼ਨਸ ਆਪਾਂ ਰੱਖ ਰਹੇ ਆ, ਲੇਕਿਨ ਉਹਦੇ ਬਾਵਜੂਦ ਕਈ ਵਾਰੀ ਹੁੰਦਾ ਵੀ ਪੜ੍ਹਾਈ ਖਰਾਬ ਹੋ ਰਹੀ ਆ। ਲੇਕਿਨ ਮੈਨੂੰ ਪਤਾ ਕਿ ਇਸ ਯੂਨੀਵਰਸਿਟੀ ਤੋਂ ਜੋ ਬੱਚੇ ਪੜ੍ਹ ਰਹੇ ਹਨ ਉਹਨਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਕਿਉਂਕਿ ਅਸੀਂ ਟਾਈਮ ਅਸੀਂ ਦੇਖਦੇ ਰਹਿੰਦੇ ਆ ਬਿਕੋਜ਼ ਐਜ਼ ਏ ਮੀਡੀਆ ਹੁੰਦੇ ਹੋਏ ਸਾਨੂੰ ਸਾਰਿਆਂ ਦੇ ਬਾਰੇ ਪਤਾ ਹੁੰਦਾ ਕਿ ਕੌਣ ਕਿੱਥੇ ਕੀ ਕਰ ਰਿਹਾ ਹੈ। ਸੋ ਬਹੁਤ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਕੀਮਤੀ ਸੁਝਾਅ ਦਿੱਤੇ। ਮੈਂ ਬਹੁਤ ਧੰਨਵਾਦੀ ਹਾਂ ਕਿ ਇੰਨਾ ਟਾਈਮ ਤੁਹਾਡਾ। ਧੰਨਵਾਦ ਤੇ ਸਾਨੂੰ ਕਰਨਾ ਚਾਹੀਦਾ ਜੀ ਜਸਵਿੰਦਰ ਸਿੰਘ ਜੀ ਦਾ ਕਿ ਉਹ ਇੱਥੇ ਆਏ ਔਰ ਸਾਡੇ ਵਿਚਾਰ ਸੁਣੇ ਔਰ ਹੁਣ ਮੀਡੀਆ ਦੇ ਥਰੂ ਲੋਕਾਂ ਦੇ ਕੋਲ ਪਹੁੰਚਾਉਣਗੇ ਤਾਂ ਕਿ ਮੀਡੀਆ ਜਾਗਰੂਕ ਹੋਏਗਾ ਔਰ ਉਸ ਸਾਡੇ ਨਾਲ ਸੰਪਰਕ ਕਰੇਗਾ ਤੇ ਅਸੀਂ ਉਹਨੂੰ ਹੋਰ ਬਿਹਤਰ ਐਜੂਕੇਸ਼ਨ ਜਿਹੜੀ ਹੈ ਦੇਣ ਲਈ ਤਿਆਰ ਬੈਠੇ ਹਾਂ ਔਰ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਮਾਜਨ ਸਾਹਿਬ, ਤੁਸੀਂ ਬਹੁਤ ਕੀਮਤੀ ਆਪਣਾ ਟਾਈਮ ਤੁਸੀਂ ਵੀ ਦਿੱਤਾ ਕਿਉਂਕਿ ਬੇਸ਼ੱਕ ਚਲੋ ਪਰਸਨਲੀ ਅਸੀਂ ਬਹੁਤ ਸਾਲਾਂ ਤੋਂ ਅਸੀਂ ਜਾਣਦੇ ਹਾਂ ਲੇਕਿਨ ਜੋ ਤੁਸੀਂ ਅੱਜ ਬੱਚਿਆਂ ਵਾਸਤੇ ਇੰਨਾ ਟਾਈਮ ਕੱਢਿਆ ਕਿਉਂਕਿ ਨਾਰਮਲੀ ਜਿਸ ਵੇਲੇ ਰੂਟੀਨ ਦੇ ਵਿੱਚ ਆ ਉਸ ਵੇਲੇ ਤੁਸੀਂ ਸਾਰੀਆਂ ਪਰਸਨੈਲਿਟੀਜ਼ ਆਪਣੇ ਆਪਣੇ ਕੰਮ 'ਚ ਲੱਗੇ ਹੁੰਦੇ ਇਹ ਇੰਨਾ ਇਕੱਠੇ ਬੈਠ ਕੇ ਟਾਈਮ ਕੱਢਣਾ ਕਾਫੀ ਮੁਸ਼ਕਿਲ ਹੁੰਦਾ। ਸੋ ਮੈਂ ਬੇਨਤੀ ਕਰਦਾ ਸਾਰੇ ਪੇਰੈਂਟਸ ਨੂੰ, ਸਾਰੇ ਬੱਚਿਆਂ ਨੂੰ ਕਿ ਅਗਰ ਕੋਈ ਵੀ ਕਿਉਂਕਿ ਇਹਨਾਂ ਦੇ ਟੋਲ ਫ੍ਰੀ ਨੰਬਰਸ ਵੀ ਹਨ ਆਲਰੇਡੀ ਦਿੱਤੇ ਹੋਏ। ਸੋ ਇੱਕ ਵਾਰੀ ਅਗਰ ਤੁਹਾਡੇ 'ਚ ਕੋਈ ਵੀ ਜਾਣਾ ਚਾਹੁੰਦਾ ਹੋਵੇ ਤਾਂ 1 ਜਾਂ 2 ਨੰਬਰ ਜ਼ਰੂਰ ਤੁਸੀਂ ਇਸ ਵੇਲੇ ਵੀ ਤੁਸੀਂ ਦੱਸ ਸਕਦੇ ਹੋ ਕਿ ਕਿਹਨਾਂ ਨੰਬਰਾਂ ਦੇ ਉੱਤੇ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ। ਕਿਸੇ ਬੱਚੇ ਨੇ, ਕਿਸੇ ਪੇਰੈਂਟਸ ਨੇ ਅਗਰ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਜਾਂ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੋਵੇ ਜਾਂ ਕਿਸੇ ਵੀ ਕੋਰਸਿਸ ਦੇ ਰਿਗਾਰਡਿੰਗ ਉਹਨਾਂ ਨੇ ਪੁੱਛਣਾ ਹੋਵੇ ਤਾਂ ਉਹ ਨੰਬਰਸ ਵਗੈਰਾ 1 ਜਾਂ 2 ਜ਼ਰੂਰ ਪਲੀਜ਼ ਦੱਸ ਦਿਓ। ਬੱਚੇ ਸਾਡੀ ਵੈਬਸਾਈਟ ਤੇ ਜਾ ਸਕਦੇ, ਜੀਐਨ ਯੂਨੀਵਰਸਿਟੀ ਦੀ ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈ। ਕੰਟੈਕਟ ਨੰਬਰ ਹੈਗੇ ਆ ਜਿੱਦਾਂ 98762 00089 ਤੇ ਸਟੱਡੀ ਅਬਰੋਡ ਵਾਸਤੇ 705 333 61111 705 336 1111
ਇਹਦੇ ਤੇ ਤੁਸੀਂ ਕਾਲ ਕਰ ਸਕਦੇ ਆ। ਅਦਰਵਾਈਜ਼ ਸਭ ਤੋਂ ਈਜ਼ੀਐਸਟ ਵੀ ਹੈਗਾ, ਸਾਡੀ ਵੈਬਸਾਈਟ ਤੇ ਜਾਓ, ਉਹਦੇ ਹੋਮ ਪੇਜ ਤੇ ਇੱਕ ਫਾਰਮ ਲੱਗਿਆ ਹੋਇਆ, ਤੁਸੀਂ ਉਹਨੂੰ ਫਿਲ ਕਰ ਦਿਓ ਜਸਟ, ਤੇ ਸਾਡੀ ਕਾਲ ਤੁਹਾਨੂੰ ਆਪਣੇ ਆਪ ਆ ਜਾਏਗੀ। ਸੋ ਤੁਹਾਨੂੰ ਜਿਹੜੇ ਕੰਟੈਕਟਸ ਨੰਬਰਸ ਆ ਉਹ ਵੀ ਪਹੁੰਚ ਗਏ ਤੁਹਾਡੇ ਤੱਕ, ਔਰ ਵੈਬਸਾਈਟ ਦੇ ਬਾਰੇ ਵੀ ਤੁਹਾਨੂੰ ਸਰ ਨੇ ਵੀ ਮੈਡਮ ਨੇ ਵੀ ਦੱਸ ਦਿੱਤਾ, ਔਰ ਉਹਦੇ ਉੱਤੇ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਹੋਮ ਪੇਜ ਦੇ ਉੱਤੇ ਇੱਕ ਫਾਰਮ ਵੀ ਹੈ, ਉਹ ਤੁਸੀਂ ਫਿਲ ਕਰ ਸਕਦੇ ਹੋ, ਔਰ ਇਮੀਡੀਏਟਲੀ ਇੱਧਰੋਂ ਯੂਨੀਵਰਸਿਟੀ ਵੱਲੋਂ ਤੁਹਾਨੂੰ ਕਾਲ ਆ ਜਾਏਗੀ। ਮੈਂ ਫਿਰ ਤੋਂ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਔਰ ਜਾਂਦੇ ਜਾਂਦੇ ਮੈਂ ਇੱਕ ਪੰਜਾਬ ਨਿਊਜ਼ ਚੈਨਲ ਦੇ ਦਰਸ਼ਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕਿਉਂਕਿ ਤੁਸੀਂ ਲਗਾਤਾਰ ਸਾਰੇ ਸਾਡੇ ਨਾਲ ਜੁੜੇ ਹੋਏ ਹੋ, ਸੋ ਸਾਡਾ ਫੇਸਬੁੱਕ ਪੇਜ ਪੰਜਾਬ ਨਿਊਜ਼ ਚੈਨਲ ਜ਼ਰੂਰ ਲਾਈਕ ਕਰੋ, ਸਾਨੂੰ YouTube ਦੇ ਉੱਤੇ ਵੀ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਕਿ ਇੰਨੀਆਂ ਵਧੀਆ ਵਧੀਆ ਪਰਸਨੈਲਿਟੀਜ਼ ਜਦੋਂ ਵੀ ਨੈਕਸਟ ਟਾਈਮ ਫੇਰ ਦੁਬਾਰਾ ਬੈਠਣ ਤੁਹਾਡੇ ਤੱਕ ਇਮੀਡੀਏਟਲੀ ਉਹ ਜੋ ਮੈਸੇਜ ਹੈ ਇਮੀਡੀਏਟਲੀ ਪਹੁੰਚਦਾ ਹੋ ਸਕੇ। ਸੋ ਮੈਂ ਲਾਸਟ ਦੇ ਵਿੱਚ ਜਸਵਿੰਦਰ ਸਿੰਘ ਆਜ਼ਾਦ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਸੋ ਅੱਜ ਸਾਡੇ ਨਾਲ ਕੈਮਰਾਮੈਨ ਰਵੀ ਕੁਮਾਰ ਜੀ ਜਿਹੜੇ ਆਏ ਹੋਏ ਸੀ, ਉਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ। ਥੈਂਕ ਯੂ ਰਵੀ ਕੁਮਾਰ ਜੀ, ਪੰਜਾਬ ਨਿਊਜ਼ ਚੈਨਲ ਵਾਸਤੇ।